सुफूले गौरी करत श्रृंगार मालनिया गढ़वाले आई कर सो सकल बना फूल रही सरसों सकल बन फूल रही सरसों। बसंत आई लो फिर बसंत आई फूलों पे रंग लाई लो फिर बसंत आई लो फिर बसंत आई फूलों पे रंग लाई चलो बेदरंग लबे आब गंग बज जल तरंग मन पर उमंग छाई लो फिर बसंत आई। ਅੱਜ ਮੇਰਾ ਦਿਲ ਇਸ ਸੁੰਨੇ ਅਸਮਾਨ ਦੀ ਤਰ੍ਹਾਂ ਉਦਾਸ ਤੇ ਖਾਮੋਸ਼ ਹੈ। ਦਹਿਸ਼ਤ ਤੇ ਖੌਫ ਨੇ ਲੋਕਾਂ ਦੀਆਂ ਸੱਧਰਾਂ ਦਾ ਗਲਾ ਘੁੱਟ ਛੱਡਿਆ। ਉਹ ਪੁਲਿਸ ਵਾਲੇ 10-10 ਸਾਲ ਦੇ ਬੱਚਿਆਂ ਨੂੰ ਗ੍ਰਿਫਤਾਰ ਕਰਕੇ ਲੈ ਜਾਂਦੇ ਨੇ ਕਿਉਂਕਿ ਉਹਨਾਂ ਕੋਲੋਂ ਡੋਰ ਦਾ ਪਿੰਨਾ ਤੇ ਕਾਗਜ਼ ਦੀ ਗੁੱਡੀ ਬਰਾਮਦ ਹੋਈ ਹੈ। ਓਏ ਇਹ ਲੋਕ ਖੁਸ਼ੀ ਦੇ ਹਰ ਮੌਕੇ ਨੂੰ ਖੂਬਸੂਰਤੀ ਦੇ ਹਰ ਮੰਜ਼ਰ ਨੂੰ ਪਾਬੰਦ ਕਿਉਂ ਕਰ ਦਿੰਦੇ ਨੇ? ਕੈਮੀਕਲ ਡੋਰ ਦਾ ਖਤਰਾ ਹੈ। ਕੈਮੀਕਲ ਡੋਰ ਯਾਨੀ ਪੱਕੀ ਡੋਰ ਲੋਕਾਂ ਲਈ ਜਾਨ ਦਾ ਖਤਰਾ ਬਣ ਜਾਂਦੀ ਹੈ। ਇਸ ਲਈ ਇਹ ਪੁਲਿਸ ਵਾਲੇ ਇਹਨਾਂ ਛੋਟੇ ਛੋਟੇ ਬੱਚਿਆਂ ਨੂੰ ਫੜ ਰਹੇ ਨੇ। ਪਰ ਮੈਂ ਪੁੱਛਦਾ ਉਹਨਾਂ ਜ਼ਾਲਿਮਾਂ ਨੂੰ ਕਿਉਂ ਨਹੀਂ ਫੜਦੇ ਜਿਹੜੇ ਸ਼ਰੇਆਮ ਇਸ ਡੋਰ ਨੂੰ ਵੇਚ ਰਹੇ ਨੇ? ਕੋਈ ਡੋਰ ਕਾਲਾ ਬਾਜ਼ਾਰੀ ਦਾ ਬਹਾਨਾ ਬਣਾ ਕੇ ਮੇਰੇ ਸ਼ਹਿਰ ਦੇ ਸਦੀਆਂ ਪੁਰਾਣੇ ਇਸ਼ਤਿਹਾਰ ਦਾ ਗਲਾ ਕਿਉਂ ਕੁੱਟ ਰੱਖਿਆ ਏ? लो फिर बसंत आई लो फिर बसंत आई ਉਹ ਰੂਬੀ ਪੁੱਤਰ ਸਾਡੇ ਖਾਨਦਾਨ ਦੀਆਂ 5 ਨਸਲਾਂ ਇਹੋ ਕੰਮ ਕਰਦੀਆਂ ਆ ਰਹੀਆਂ ਨੇ। ਕੋਈ ਪੁੱਤਰ ਪਤੰਗਾਂ ਬਣਾਉਣਾ ਤੇ ਮਾਝਾ ਲਾਣਾ, ਜ਼ਨਾਨੀਆਂ ਮੈਦਾ ਗੁੰਦੀਆਂ, ਬੰਦੇ ਮਸਾਲਾ ਰਲਾਉਂਦੇ ਤੇ ਜਵਾਨ ਮੁੰਡੇ ਮਾਂਝਾ ਲਾਉਂਦੇ ਤੇ ਮੁੰਡੇ ਕੁੜੀਆਂ ਪਿੰਨੇ ਤੇ ਚਰਖੜੀਆਂ ਤੇ ਡੋਰ ਲਪੇਟਦੇ। ਓਏ ਸਾਡਾ ਪਰਦਾਦਾ ਮੀਆਂ ਮੁੰਸ਼ੀ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਮੁੰਸ਼ੀ ਸੀ। ਉਹ ਤੇ ਮੇਰੀ ਪਰਦਾਦੀ ਰਲ ਕੇ ਸੋਹਣੀਆਂ ਸੋਹਣੀਆਂ ਪਤੰਗਾਂ ਬਣਾਉਂਦੇ, ਨਾਜ਼ੁਕ ਨਾਜ਼ੁਕ ਰੰਗ ਬਰੰਗੀਆਂ ਫਰ ਫਰ ਕਰਕੇ ਅਸਮਾਨਾਂ ਦੇ ਵਿੱਚ ਲਹਿਰਾਉਂਦੀਆਂ। ਉਹ ਕਦੇ ਡੁੱਬਦੀਆਂ ਤੇ ਕਦੇ ਤਰਦੀਆਂ ਪਤੰਗਾਂ। ਤੇ ਹਾਂ ਤੈਨੂੰ ਦੱਸਾਂ, ਮਹਾਰਾਜੇ ਨੇ ਆਪਣੀ ਹਰੇਕ ਪਤੰਗ ਦਾ ਨਾਂ ਬੇਗਮ ਦੇ ਨਾਮ ਤੇ ਰੱਖਿਆ ਹੋਇਆ ਸੀ। ਓਏ ਚੰਨ, ਮਹਿਤਾਬ, ਰਤਨ, ਤੁਲਸੀ ਤੇ ਆਪਣੀ ਸਭ ਤੋਂ ਪਿਆਰੀ ਰਾਣੀ ਰਾਣੀ ਮੋਹਰਾ। ਰਾਣੀ ਮੋਹਰਾ? ਹਾਂ ਮੋਹਰਾ ਸਰਕਾਰ। ਤੇ ਹਾਂ ਮਹਾਰਾਜੇ ਨੇ ਇੱਕ ਪਰੀ ਵੀ ਬਣਵਾਈ ਹੋਈ ਸੀ, ਓਏ ਨੀਲੀਆਂ ਅੱਖਾਂ ਵਾਲੀ ਬਿੱਲੋ ਨਾਚੀ ਦੇ ਨਾਂ ਤੇ। ਓਏ ਨੀਲੇ ਆਕਾਸ਼ ਵਿੱਚ ਉਡਾਰੀਆਂ ਲਾਂਦੀ ਨੱਚਦੀ ਅਦਾਵਾਂ ਦਿਖਾਉਂਦੀ। ਉਹ ਬਸ ਵੀ ਕਰੋ ਅੱਬੂ ਜੀ, ਜੇ ਕਿਸੇ ਨੇ ਸੁਣ ਲਿਆ ਕੋਲ ਜਵਾਨ ਪੋਤਰੀ ਬੈਠੀ ਹੋਈ।
ਕੁਝ ਤੇ ਖਿਆਲ ਕਰਿਆ ਕਰੋ। ਮੈਂ ਤਾਂ ਆਪਦਾ ਕੰਮ ਕਰ ਰਹੀ ਹਾਂ ਅੰਮੀ। ਆਹੋ, ਪਤਾ ਹੈ ਮੈਨੂੰ ਕਿੰਨਾ ਕੰਮ ਕਰ ਰਹੀ ਹੈ। ਦਾਲ ਤਾਂ ਚੁਗੀ ਗਈ ਨਹੀਂ ਤੇਰੇ ਤੋਂ ਘੰਟੇ ਦੀ। ਅੱਜ ਕੱਲ ਦਾਲ ਵਿੱਚੋਂ ਰੋੜੇ ਨਹੀਂ, ਰੋੜਿਆਂ ਵਿੱਚੋਂ ਦਾਲ ਚੁਗਣੀ ਪੈਂਦੀ ਹੈ। ਚੁਗਦੇ ਚੁਗਦੇ ਹੱਥ ਰਹਿ ਜਾਂਦੇ ਆ। ਜੇ ਇੱਕ ਵੀ ਰੋੜਾ ਰਹਿ ਗਿਆ ਜਾ ਕੇ ਦਾਦੇ ਦੰਦਾਂ ਵਿੱਚ ਫਸ ਜਾਣਾ ਹੈ, ਜਿਹੜੇ 2-4 ਰਹਿ ਗਏ ਨੇ। ਉਹ ਚੱਲ ਨਹੀਂ ਚੱਲ ਚੁੜੇਲੇ, ਦਾਦੇ ਦੇ ਦੰਦਾਂ ਦਾ ਮਜ਼ਾਕ ਉਡਾਉਂਦੀ ਹੈ। ਚੱਲ ਜਾ ਕੇ ਕੱਪੜੇ ਸੁੱਕਣੇ ਪਾ ਕੇ ਆ। ਛੱਤ ਤੇ ਨਾ ਗਲੀ ਵਿੱਚ। ਨਾਲੇ ਗੱਲ ਸੁਣਨੀ, ਉੱਥੇ ਰਹਿ ਹੀ ਨਾ ਜਾਈ। ਜਿੱਥੇ ਜਾਂਦੀ ਹੈ ਉੱਥੇ ਹੀ ਬਹਿ ਜਾਂਦੀ ਹੈ। ਅੰਮੀ ਜਾਨ ਤੁਸੀਂ ਫਿਕਰ ਨਾ ਕਰੋ, ਮੈਂ ਹੁਣੇ ਗਈ ਤੇ ਹੁਣੇ ਆਈ। ਉਹਨਾਂ ਚਿਰ ਸੀ ਦਾਦੀ ਤਾਂ ਬਿੱਲੋ ਪਰੀ ਦੀਆਂ ਕਹਾਣੀਆਂ ਸੁਣੋ। ਓਏ ਹਾਂ, ਯਾਦ ਆ ਗਿਆ। ਮਹਾਰਾਜੇ ਨੇ ਇੱਕ ਛੋਟੀ ਜਿਹੀ ਚਾਂਦੀ ਦੀ ਝਾਂਜਰ ਵੀ ਬਣਵਾਈ ਸੀ ਬਿੱਲੋ ਪਰੀ ਦੇ ਪੈਰਾਂ ਵਿੱਚ ਬੰਨਣ ਲਈ। ਓਏ ਜਦੋਂ ਬਿੱਲੋ ਪਰੀ ਅਸਮਾਨ ਵਿੱਚ ਉਡਾਰੀਆਂ ਲਾਂਦੀ ਤਾਂ ਹਵਾ ਦੇ ਜ਼ੋਰ ਨਾਲ ਘੰਟੀਆਂ ਹੌਲੇ ਹੌਲੇ ਵੱਜਦੀਆਂ ਤੇ ਇੰਜ ਲੱਗਦਾ ਜਿਵੇਂ ਬਿੱਲੋ ਨਾਚੀ ਦੀ ਝਾਂਜਰ ਦੇ ਘੁੰਗਰੂ ਛਨ 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 ਵੱਜਦੇ ਹੋਣ। ਅੱਬੂ ਜੀ ਬਸ ਵੀ ਕਰੋ। ਜੇ ਕਿਸੇ ਨੇ ਸੁਣ ਲਿਆ ਨਾ ਤਾਂ ਪੁਲਿਸ ਨੂੰ ਰਿਪੋਰਟ ਲਿਖਾ ਦੇਣੀ ਹੈ, ਫੇਰ ਫੜੇ ਜਾਣਾ ਤੁਸੀਂ। ਤੇ ਮੈਂ ਤੇ ਉਹੀ ਕਹਿ ਰਿਹਾ ਜੋ ਸਾਡੇ ਬਜ਼ੁਰਗ ਦੱਸਦੇ ਸੀ। ਨਾਲੇ ਮੈਂ ਤਾਂ ਮਾਂਜਾ ਲਾਣਾ, ਵੇਚਦਾ ਨਹੀਂ। ਡੋਰ ਵੀ ਮੇਰੇ ਤੋਂ ਬਣਵਾਉਂਦੇ ਹੋ, ਮਾਂਜਾ ਵੀ ਮੇਰੇ ਤੋਂ ਲਵਾਉਂਦੇ ਹੋ। ਖਾਮ ਖਾ ਦਾ ਖਰਚਾ। ਓਏ ਉਹੀ ਕੰਮ ਕਰ ਰਿਹਾ ਜੋ ਮੇਰੇ ਪਿਓ ਦਾਦੇ ਕਰਦੇ ਸੀ। ਨਾਲੇ ਜੇ ਛੱਡ ਦਿੱਤਾ ਨਾ ਤਾਂ ਆਦਤ ਜਾਂਦੀ ਰਹੇਗੀ, ਬਾਹਾਂ ਵੀ ਰਹਿ ਜਾਣਗੀਆਂ। ਓਏ ਹਾਂ, ਮਾਸ਼ਾਅੱਲਾ ਤੇਰੀ ਸੱਸ ਓਏ ਹੋਏ ਆਲਾ ਦਰਜੇ ਦੀ ਪਤੰਗ ਸਾਜ਼ ਸੀ। ਓਏ ਐਸੀਆਂ ਐਸੀਆਂ ਪਤੰਗਾਂ ਬਣਾਉਂਦੀ ਪੂਰੇ ਲਾਹੌਰ ਵਿੱਚ ਧੂਮ ਪੈ ਜਾਂਦੀ ਸੀ। ਅੱਬੂ ਜੀ ਉਹ ਜ਼ਮਾਨਾ ਨਹੀਂ ਰਿਹਾ ਤੇ ਨਾ ਹੀ ਮੁੜ ਕੇ ਆਉਣ ਲੱਗਾ। ਉਹ ਜ਼ਮਾਨਾ ਆਏਗਾ ਧੀਏ। ਉਹ ਜ਼ਮਾਨਾ ਫੇਰ ਆਏਗਾ ਜਦੋਂ ਸਾਡੀਆਂ ਗੁੱਡੀਆਂ ਤੇ ਪਤੰਗਾਂ ਅਸਮਾਨ ਵਿੱਚ ਰਾਜ ਕਰਨਗੀਆਂ। ਤੁਸੀਂ ਮੰਨ ਕਿਉਂ ਨਹੀਂ ਲੈਂਦੇ ਠੇਕੇਦਾਰ ਦੀ ਗੱਲ? ਇਹ ਮਕਾਨ ਵੇਚ ਦਿਓ। ਨਿਊ ਟਾਊਨਸ਼ਿਪ ਵਿੱਚ ਨਵਾਂ ਮਕਾਨ ਮਿਲਦਾ ਪਿਆ ਜੇ, ਉਹ ਵੀ 3-3 ਕਮਰਿਆਂ ਵਾਲਾ। ਓਏ ਫੇਰ ਉਹੀ ਗੱਲ, ਧੰਦਾ ਮੇਰਾ ਖੁੱਸ ਗਿਆ। ਆਖਦੀ ਆ ਮਕਾਨ ਵੇਚ ਦਿਓ। ਓਏ ਇਸ ਮੁਹੱਲੇ ਦਾ ਨਾਂ ਮੇਰੇ ਖਾਨਦਾਨ ਦੇ ਨਾਮ ਤੇ ਪਿਆ ਸੀ, ਮੁਹੱਲਾ ਪਤੰਗ ਸਾਜ਼ਾ, ਤੇ ਮੈਂ ਉਹ ਨਾਮ ਡੋਬ ਦਿਆਂ। ਤੁਸੀਂ ਤਾਂ ਕਦੀ ਪਤੰਗਾ ਚਰਖੜੀਆਂ ਚੋਂ ਬਾਹਰ ਹੀ ਨਹੀਂ ਨਿਕਲ ਸਕੇ ਅੱਬੂ ਜੀ। ਬਸੰਤ ਤੇ ਵੈਸੇ ਵੀ ਪਾਬੰਦੀ ਲੱਗੀ ਹੋਈ ਹੈ ਨਾ। ਇਹ ਚੋਰੀ ਚੋਰੀ ਪਤੰਗਾ ਵੇਚ ਕੇ ਕਿਵੇਂ ਗੁਜ਼ਾਰਾ ਹੋਣਾ ਹੈ? ਕੋਈ ਹੋਰ ਕੰਮ ਕਿਉਂ ਨਹੀਂ ਸ਼ੁਰੂ ਕਰ ਲੈਂਦੇ? ਬਾਕੀ ਸਭ ਪਤੰਗ ਸਾਜ਼ਾਂ ਨੇ ਕਦ ਦੇ ਨਵੇਂ ਕੰਮ ਸ਼ੁਰੂ ਕਰ ਲਏ ਨੇ, ਰੇੜੀਆਂ ਲਾ ਲਈਆਂ ਨੇ, ਤੇ ਤੁਸੀਂ ਉੱਥੇ ਦੇ ਉੱਥੇ। ਚੰਗਾ ਮੈਂ ਚੱਲੀ ਹਾਂ ਹਾਂਡੀ ਦੇਖਣ। ਚੁੱਕੋ ਇਹ ਸਮਾਨ ਤੇ ਤੁਸੀਂ ਵੀ ਚੱਲੋ ਮੇਰੇ ਨਾਲ। ਬਸੰਤ ਨਹੀਂ ਜੇ ਮਨਾਈ ਜਾਣੀ, ਪਾਬੰਦੀ ਲੱਗ ਗਈ ਹੈ ਬਸੰਤ ਦੇ ਉੱਤੇ। ਹਾਂ, ਉਹ ਜ਼ਮਾਨਾ ਫੇਰ ਆਏਗਾ, ਮੇਰੇ ਬਸੰਤ ਫੇਰ ਆਏਗਾ। लो फिर बसंत आई, लो फिर बसंत आई। चली चली रे पतंग मेरी चली रे, चली चली रे पतंग मेरी चली रे। चली बादलों के पार होके डोर पे सवार, सारी दुनिया ये देख देख जली रे। चली चली रे पतंग मेरी चली रे। ਨੀ ਚੁੜੇਲੇ ਇੰਨੀ ਦੇਰ ਲਾ ਛੱਡੀ ਹੈ ਕੱਪੜੇ ਸੁੱਕਣੇ ਪਾਉਣ ਵਿੱਚ। ਆਈ ਅੰਮੀ, ਆ ਗਈ। ਸੰਮੀ ਤੈਨੂੰ ਪਤਾ ਹੈ ਆ ਜਿਹੜੇ ਅਬਾਸ ਸਰ ਨੇ ਨਾ, ਇਹਨਾਂ ਨੂੰ ਪੇਂਟਿੰਗ ਅਤੇ 뮤직 ਦੇ ਵਿੱਚ ਵਾਵਾ ਦਿਲਚਸਪੀ ਹੈ। ਤਾਂ ਹੀ ਤਾਂ ਇਹਨਾਂ ਨੇ ਸਾਡੇ ਵਾਸਤੇ ਕਲਾਸ ਤੇ ਟੀਚਰ ਦਾ ਬੰਦੋਬਸਤ ਕੀਤਾ ਹੈ। ਰੂਬੀ ਤੈਨੂੰ ਪਤਾ ਹੈ ਇਹ ਸਭ ਕੁਝ ਕਿਸ ਤਰ੍ਹਾਂ ਹੋਇਆ? ਕਿੱਦਾਂ ਹੋਇਆ? ਮੈਂ ਸਰ ਆਵਾਸ ਕੋਲ ਗਿਆ ਸੀ। ਮੈਂ ਕਿਹਾ ਸਰ ਰੂਬੀ ਨੂੰ ਪੇਂਟਿੰਗ ਤੇ ਮੈਨੂੰ 뮤직 ਦਾ ਬੜਾ ਹੀ ਸ਼ੌਂਕ ਹੈ। ਮੈਂ ਕਿਹਾ ਨਾ ਤਾਂ ਸਾਡੇ ਘਰ ਵਾਲੇ ਇਸ ਗੱਲ ਨੂੰ ਮੰਨਦੇ ਨੇ ਤੇ ਨਾ ਹੀ ਸਾਡੇ ਕੋਲ ਕੋਈ ਜਗ੍ਹਾ ਹੈ ਜਿੱਥੇ ਅਸੀਂ ਰਿਹਰਸਲ ਕਰ ਸਕੀਏ। ਫਿਰ ਸਰ ਨੇ ਕੀ ਕਿਹਾ? ਸਰ ਕਹਿੰਦੇ ਤੁਸੀਂ ਪਰੇਸ਼ਾਨ ਨਾ ਹੋਵੋ, ਇਹ ਕਲਾਸਾਂ ਤਾਂ ਹੁਣ ਇਦਾਂ ਹੀ ਚੱਲਦੀਆਂ ਰਹਿਣਗੀਆਂ ਤੇ ਤੁਹਾਡੇ ਸਾਰੇ ਖਾਬ ਪੂਰੇ ਹੋਣਗੇ। ਹਾਏ
ਅੱਲਾ ਕਰੇ ਇਸੇ ਤਰ੍ਹਾਂ ਹੋਵੇ। ਨਾਲੇ ਮੇਰੇ ਕੋਲੋਂ ਨਹੀਂ ਬਣਾਈਆਂ ਜਾਂਦੀਆਂ ਦਾ ਲੁਕ ਲੁਕ ਕੇ ਛੱਤ ਤੇ ਪੇਂਟਿੰਗਾਂ। ਲਾਹੌਰ ਕੀ, ਮੇਰੇ ਤੋਂ ਵੀ ਰੋਜ਼ ਲੁਕ ਲੁਕ ਕੇ ਗਾਣੇ ਨਹੀਂ ਗਾਏ ਜਾਂਦੇ। ਰੂਬੀ ਤੈਨੂੰ ਪਤਾ ਹੈ ਆਪਣੇ ਸ਼ਹਿਰ ਵਿੱਚ ਨਾ ਪੌਪ ਆਈਡਲ ਦਾ ਮੁਕਾਬਲਾ ਹੋਣ ਜਾ ਰਿਹਾ ਤੇ ਮੈਂ ਵੀ ਉਸ ਵਿੱਚ ਹਿੱਸਾ ਲਊਂਗਾ। ਬਸ ਹੁਣ ਜਿੱਤ ਕੇ ਹੀ ਆਊਂਗਾ। ਦੇਖ ਲੋ ਬੁੱਢੀ ਪੌਪ ਆਈਡਲ ਦੀ। ਕੀ ਮਤਲਬ ਹੈ ਤੇਰਾ? ਤੂੰ ਮੇਰੇ ਤੋਂ ਨਾ ਸੜਦੀ ਕਿਉਂ ਹੈ? ਮੈਂ ਭਲਾ ਤੇਰੇ ਤੋਂ ਕਿਉਂ ਸੜਾ? ਸੜੇ ਮੇਰੀ ਜੁੱਤੀ। ਮੇਰਾ ਅੱਬਾ ਕਹਿੰਦਾ ਹੈ ਕਿ ਜੋ ਖਾਬ ਦੇਖਦਾ ਨਾ ਉਹ ਇੱਕ ਦਿਨ ਬਹੁਤ ਅੱਗੇ ਵੀ ਲੰਘ ਜਾਂਦਾ ਹੈ। ਹਾਂ ਇਹ ਗੱਲ ਤਾਂ ਤੇਰਾ ਅੱਬਾ ਬਿਲਕੁਲ ਠੀਕ ਕਹਿੰਦਾ ਹੈ। ਹੁਣ ਖਾਬਾਂ ਤੇ ਤਾਂ ਨਹੀਂ ਨਾ ਕਿਸੇ ਦੀ ਪਾਬੰਦੀ। ਯਾਰ ਰੂਬੀ ਮੈਨੂੰ ਨਾ ਪੂਰਾ ਯਕੀਨ ਹੈ ਯਾਰ, ਸਰ ਨਾ ਮੈਨੂੰ ਸੱਚੀ ਮੁੱਚੀ ਦਾ ਸਟਾਰ ਬਣਾ ਦੇਣਗੇ ਜਿਹਦੀ ਸਾਰੀ ਦੁਨੀਆ ਦੀਵਾਨੀ ਹੋਊਗੀ। ਫਿਰ ਤੂੰ ਵੀ ਨਾ ਮੇਰੇ ਪਿੱਛੇ ਪਿੱਛੇ ਹੀ ਭੱਜੀ ਆਏਂਗੀ। ਕਿੰਨਾ ਮਜ਼ਾ ਆਊਗਾ। दिल के बहलाने को वाले ये ख्याल अच्छा है। वैसे सम्मी मैनू भी पूरा यकीन है कि सर मेरी इन्नी मदद करेंगे कि एक दिन मैं बहुत वड्डी फनकारा बन जावांगी। ਯਾਰ ਰੂਬੀ ਤੂੰ ਇੰਨੀ ਮਹਾਰਤ ਨਾਲ ਇੰਨੀਆਂ ਸੋਹਣੀਆਂ ਸੋਹਣੀਆਂ ਤਸਵੀਰਾਂ ਕਿਵੇਂ ਬਣਾ ਲੈਂਦੀ ਹੈ? जिवें तू अपनी आवाज़ दा जादू अपने गीतां विच जगा दिंदा है। नाले तस्वीरां तां मेरे ख्वाब ने जिन्हां विच मैं रंग भर के उन्हां नू खूबसूरत बना रही हां। ਬਸ ਯਾਰ ਰੂਬੀ ਹੁਣ ਆਪਾਂ ਉਹ ਸਭ ਕਰਾਂਗੇ ਜੋ ਅਸੀਂ ਕਰਨਾ ਚਾਹੁੰਦੇ ਸੀ। हाँ हुण इंज ही होएगा। ਰੂਬੀ ਮੈਂ ਨਾ ਪੌਪ ਆਈਡਲ ਵਾਸਤੇ ਗਾਣਾ ਤਿਆਰ ਕੀਤਾ ਹੈ, ਗਾ ਕੇ ਸੁਣਾਵਾਂ? सुना तो सही। ये शाम मस्तानी मदहोश किए जाए, मुझे डोर कोई खींचे तेरी ओर लिए जाए, ये शाम मस्तानी। रूबी ਮੈਨੂੰ ਬਹੁਤ ਡਰ ਲੱਗ ਰਿਹਾ ਯਾਰ। हुण किस गल दा डर? ਜੇ ਸਾਡੇ ਘਰ ਵਾਲਿਆਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਕਾਲਜ ਵਿੱਚ ਅਸੀਂ ਪੜ੍ਹਾਈ ਤੋਂ ਇਲਾਵਾ ਮਿਊਜ਼ਿਕ ਤੇ ਪੇਂਟਿੰਗ ਦੀ ਕਲਾਸਾਂ ਲੈਂਦੇ ਆ, ਫਿਰ ਕੀ ਹੋਊਗਾ? ਇਸ ਗੱਲ ਦਾ ਡਰ ਤਾਂ ਮੈਨੂੰ ਵੀ ਬਹੁਤ ਲੱਗਦਾ ਹੈ। ਮੇਰੀ ਅੰਮੀ ਤਾਂ ਮੇਰੇ ਹੱਥ ਦੇ ਵਿੱਚ ਬੁਰਸ਼ ਦੇਖਦਿਆਂ ਸਾਰ ਬੋਲਣਾ ਸ਼ੁਰੂ ਕਰ ਦਿੰਦੀ ਹੈ। ਮੇਰਾ ਅੱਬਾ ਤਾਂ ਮੇਰੀ ਆਵਾਜ਼ ਸੁਣਦੀ ਬੋਲਣ ਲੱਗ ਜਾਂਦਾ ਹੈ। ਗਧਿਆਂ ਦਾ ਬੇਤਾਜ ਬਾਦਸ਼ਾਹ। ਲੈ ਦੱਸ ਉਹਨੂੰ ਮੇਰੀ ਤੇ ਗਧੇ ਦੀ ਆਵਾਜ਼ 'ਚ ਨਹੀਂ ਫਰਕ ਨਜ਼ਰ ਆਉਂਦਾ? ਵੈਸੇ ਆਖਦਾ ਤੇਰਾ ਅੱਬਾ ਬਿਲਕੁਲ ਸੱਚ ਹੈ। ਹਾਂ ਆਪਣੀ ਤਸਵੀਰਾਂ ਤਾਂ ਦੇਖਿਆ ਕਰ, ਨਹੀਂ ਤਾਂ ਰੰਗ ਹੀ ਡੋਲਦੀ ਰਹੂ ਸਾਰਾ ਦਿਨ। ਬਸ ਹੁਣ ਜੋ ਹੋਊਗਾ ਦੇਖੀ ਜਾਏਗੀ। ਹੋਰ ਹੁਣ ਰੂਬੀ ਆਪਾਂ ਕਿਹੜਾ ਕਿਸ ਤੋਂ ਘੱਟ ਆ? ਹੋਰ ਕੀ? रूबी नी कहने ओनिए थल्ले के चली चली रे पतंग मेरी चली रे, चली चली रे पतंग मेरी चली रे, चली बादलों के पार होके डोर पे सवार, सारी दुनिया ये देख देख चली रे। चली चली रे पतंग मेरी। न तू भी ते मैनू घूरियां पा रही है शमीमो। ਮੈਂ ਆਪਣੀ ਛੱਤ ਤੋਂ ਜਿਹਨੂੰ ਮਰਜ਼ੀ ਘੋਰੀਆਂ ਪਾਵਾਂ, ਕਿਸੇ ਦਾ ਕੀ ਜਾਂਦਾ ਹੈ? ते मैं भी अपनी छत ते खड़ी हां, किसे नू की तकलीफ हो रही है? ਆਪਣੀ ਛੱਤ ਤੋਂ ਦੂਜਿਆਂ ਦੀ ਛੱਤ ਤੇ ਝਾਤੀਆਂ ਮਾਰਨਾ ਕੋਈ ਸ਼ਰੀਫਾਂ ਦਾ ਕੰਮ ਹੈ? अच्छा जी, ते अपनी छत तो दूजियां दी छत ते इशारे करना ना इह शरीफां दी औलादां दे काम ने। ਗੱਲ ਸੁਣਨੀ ਕੰਨ ਖੋਲ ਕੇ। ਜੇ ਕੋਈ ਇਸ਼ਾਰੇ ਦਾ ਜਵਾਬ ਦੇਵੇ ਤਾਂ ਹੀ ਇਸ਼ਾਰੇ ਹੁੰਦੇ ਨੇ, ਐਵੇਂ ਨਹੀਂ। ਸਹੀ ਸਹੀ ਲੱਗੇ ਸਹੀ ਇਹ ਤਾਂ ਬਿਜਲੀ ਉੱਤੇ ਗਈ ਸਹੀ ਸਹੀ ਲੱਗੇ ਸਹੀ ਇਹ ਤਾਂ ਬਿਜਲੀ ਉੱਤੇ ਗਈ ਸਹੀ ਸਹੀ ओए यार बस चलो, हमारा नाम बीच में गिलाती है यार। चलो भागो इधर से चलो। अरे यार ये औरतों का लड़ाई भी क्या लड़ाई, हाथ ला ला कर चेक चला कर लड़ाई देखना हो तो हमारा इलाका में हो। जबान गोलियां चलती है उधर, गोलियों का बारिश होती है, गोला बारूद, रॉकेट लॉन्चर, ड्रोन, मिसाइल, खून का नदियां बहती है और लाशों का ढेर लग जाती है। इस खून खराबे से तो अच्छा है इन औरतों की लड़ाई, लड़ाई की लड़ाई और तस्बीह की तस्बीह। वैसे ये लड़ाई आपके शहर से, हमारे शहर से दूर रहे तो अच्छा। प्रोफेसर से मुबारक हो, अब ये लड़ाई आपके शहर में आ चुका है, इसलिए हम कहती है जल्दी से जल्दी इस पुराने शहर से शिफ्ट हो जाओ यार, कहीं हमारी लड़ाई का ईंधन ना बन जाना यार। ਨਾ ਭਾਜੀ ਆਏ शिफ्ट किमें हो जिए? ऑफर भी तो अच्छा दे रहा ठेकेदार, और इधर रह के भी तुम क्या करेगी यार? तुम्हारा पतंगबाजी का कारोबार तो कब का ठप हो चुका। और जाओ घोचे जाओ, टाउनशिप में जाकर कोई ठेला वेला लगाओ, अपना अपने बच्चे लोग का पेट पालो यार। ਓਏ ਖਾਨ ਬੰਦੂਕ ਖਾਨ, ਇਹ ਘਰ ਮੇਰਾ ਏ, ਓਏ ਇਹ ਮੁਹੱਲਾ ਮੇਰਾ ਏ ਤੇ ਮੈਂ ਇਹਨੂੰ ਛੱਡ ਕੇ ਜਾਂਦਾ ਰਹਾ। ਇਸ ਮੁਹੱਲੇ ਦੇ ਨਾਂ ਤੇ ਮੇਰੇ ਖਾਨਦਾਨ ਦਾ ਨਾਮ ਸੀ ਪਤੰਗ ਸਾਜ਼ਾਂ, ਤੇ ਮੈਂ ਇੱਥੋਂ ਛੱਡ ਕੇ ਚਲਾ ਜਾਵਾਂ? ਓਏ ਨਾ 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 ਨਾ। मगर मौजू उस्ताद अब जमाना बदल गया है, मोहल्ला लोहारा में कोई लोहार नहीं रहा, सब मॉडल टाउन शिफ्ट हो चुके हैं।
ਪ੍ਰੋਫੈਸਰ ਸਾਹਿਬ, ਤੁਸੀਂ ਚੰਗੇ ਆਦਮੀ ਹੋ। ਤੁਹਾਨੂੰ ਪਤਾ ਹੈ ਕਿ ਗੱਲ ਦਰਅਸਲ ਇਹ ਹੈ ਕਿ ਸਭ ਕੁਝ ਬਦਲ ਜਾਂਦਾ ਹੈ, ਪਰ ਜ਼रूरतां नहीं बदलदियां। मगर पतंगबाजी का क्या जरूरत माजी खान, एकदम फजूल का काम। कागज का गुड्डी बना के हवा में उड़ाना और पेचे लड़ाना। और कुछ तो खुदा का खौफ करो यार, क्या जनाना लड़ाई है? हम तो आमने सामने की लड़ाई को मानते यार। बंदूक तान कर एक गोली इधर से चला, एक गोली उधर से, एक लाश इधर गिरा, एक लाश उधर गिरा, एक बम इस गली में चला, एक बम उस गली में चला। ओ पाजी, ਇਹ ਪਤੰਗਬਾਜ਼ੀ ਨਹੀਂ, ਇਹ ਤੇ ਇੱਕ ਨਸ਼ਾ ਹੈ, ਨਸ਼ਾ। ਓਏ ਤੈਨੂੰ ਕੀ ਪਤਾ ਹੈ ਨਸ਼ੇ ਦੀ ਕਿੰਨੀ ਲੋੜ ਹੈ? ਓਏ ਤੰਗ ਗਲੀਆਂ ਦੇ ਵਿੱਚ ਛੋਟੇ ਛੋਟੇ ਮਕਾਨਾਂ ਦੇ ਵਿੱਚ ਰਹਿਣ ਵਾਲਿਆਂ ਲਈ ਇਹੀ ਤਾਂ ਮੌਕਾ ਹੁੰਦਾ ਸੀ ਉਡਾਰੀਆਂ ਲਾਉਣ ਦਾ। ਪੂਰੇ ਟੱਬਰ ਲਈ ਮौज ਮੇਲਾ ਹੁੰਦਾ ਸੀ। ਓਏ ਜ਼ਨਾਨੀਆਂ ਪੀਲੇ ਕੱਪੜੇ ਪਾ ਕੇ, ਮੁੰਡੇ ਲਾਲ ਪਟਕੇ ਬੰਨ੍ਹ ਕੇ ਛੱਤਾਂ ਤੇ ਆ ਜਾਂਦੇ, ਤੇ ਫਿਰ ਅਸਮਾਨ ਲਾਲ ਨੀਲੀਆਂ ਪੀਲੀਆਂ ਹਰੀਆਂ ਪਤੰਗਾਂ ਨਾਲ ਭਰ ਜਾਂਦਾ। ਤੇ ਫਿਰ ਆਈਬੋ दादा जी ਤੁਹਾਨੂੰ ਅੰਮੀ ਬੁਲਾ ਰਹੀ ਹੈ, ਆਖਦੀ ਰੋਟੀ ਖਾ ਲਓ ਆ ਕੇ। ਤੇਰਾ ਖਾਨਾ ਖਰਾਬ ਹੋਈ, ਮੇਰਾ ਪੇਚਾ ਖਰਾਬ ਕਰ ਛੱਡਿਆ। ਉਹ ਪ੍ਰੋਫੈਸਰ ਸਾਹਿਬ, ਤੁਹਾਨੂੰ ਮੈਂ ਦੱਸਾਂ, ਬਸੰਤ ਦੇ ਦਿਨਾਂ ਵਿੱਚ ਸਾਡੇ ਘਰਾਂ ਵਿੱਚ ਪੂੜੇ ਪੱਕਦੇ ਸੀ, ਨਾਲੇ ਪੀਲੇ ਮਿੱਠੇ ਚੌਲ। ਆਏ ਹਾਏ, कित्थे गए हो दिन? अब्बू जी अंदर आके रोटी खा लो। ओ आया तीए आया। प्रोफेसर साहब, मैं तो कहती है कॉलेज वाले छोड़, हमारा पार्टी में शामिल हो जा। हमारा पार्टी का तादाद बहुत बढ़ गया, हमने एक नया मकान भी खरीद लिया यार। हमारी पार्टी को तुम जैसे उस्ताद का जरूरत है। नहीं खान साहब, मैं अपने कॉलेज में ही ठीक हूँ। मगर हमने सुना वो लड़का लड़की एक साथ पढ़ता ही है। तौबा कैसा बेहयाई, ये बेहयाई आवाम कब तक बर्दाश्त करेगा यार? अभी तक तो बर्दाश्त कर रहे हैं खान साहब, लेकिन हमको तो ये भी इत्तला मिली है कि वो कोई कॉलेज नहीं है, बल्कि कोई खुफिया कॉलेज है। सुना है कि तुम लोग उधर म्यूजिक का क्लास देता है। तौबा, ये तो बेशर्मी की हद है, जुर्म है। अस्तगफिरुल्लाह, बेहयाई, क़यामत का दिन नजदीक है। आपसे किसने कहा? हमारा जासूस पूरे कॉलेज में फैला हुआ है। फिर तो आपके जासूसों ने यह भी बता दिया होगा कि हमारी क्लास कब और कहाँ लगती है। अगर हमें ये पता चल गया होता कि क्लास कब और कहाँ दी जाती है, तो अभी तक हमने उस क्लास को और उन साजों को तहस नहस ना कर दिया होता, और उस उस्ताद को भी। इसमें कौन सी नई बात होती है? ये बात काम पहले भी कर चुके हो, मुझे भी तो पहले मार चुके हो। प्रोफेसर साहब, आपने हमारे लड़कों को स्पोर्ट्स बेस पर दाखिला भी तो नहीं दिया था। आपके लड़कों को स्पोर्ट्स की एबीसी तक तो आती नहीं थी, मैं भला उनको दाखिला कैसे दे देता? प्रोफेसर साहब, गुल्ली डंडा भी तो खेल होता है, लेकिन नहीं, आप लोग तो हमेशा अंग्रेजी खेलों को तवज्जो देते हो। गुल्ली डंडा, उन लड़कों को इतना भी मालूम नहीं था कि डंडे को गुल्ली पे मारा जाता है, गुल्ली को डंडे पर। क्या फर्क पड़ता है प्रोफेसर साहब, उछलना तो बेचारी गुल्ली को ही होता है। हाँ इसको देखो, हमारे मुल्क का असली खेल। अगर आपका बस चले तो आप हमारे शहर के तमाम स्कूल और कॉलेज बंद करवा के ही दाम लो। ऐसा ही होगा, तुम दुआ करो कि ऐसा ही हो, आमीन। गुड्डी आ देख, कितनी बड़ी पतंग। ये बड़ी तो नहीं है, ये तो गुड्डी है। ओए परियां वांग उड़दी है ना, इस वास्ते। ओ ते सारियां गुड्डियां उड़ सकदियां ने। ओए परियां वांग उड़दी है, तू देख कितनी सोहनी है। इस दे रंग दा देख, आ देख लाल, आ हरा, आ नीला ते गुलाबी भी है। क्यों? ओ बड़ी गुड्डी वो रानी है, रानी पतंग। रानी पतंग? हाँ, ते फिर राजा पतंग भी होवेगा। और की ओ देख उत्ते पतंगा दा राजा। ये ते इन्ना बड़ा गुड्डा है, ये उड़दा किवें होना? ओ मेरा दादा कहंदा सी, इस पतंग नूं चार बंदे उड़ाउंदे सी ते दो छत्तां दूर तो जाके कन्नी देनी पैंदी सी। इधर आ, तैनूं गल दस्सां, एक बार ना इस पतंग नूं उड़ाउण वाला मुंडा पप्पू, वो इसदे नाल ही उड़ गया सी ते फिर वापस नहीं आया। है सच्ची? उड़ गया सी हवा दे विच चांद तारिਆਂ ਦੇ ਕੋਲ। हाँ, वो मेरा दादा कहंदा सी, उसने अपनी अखां नाल देखिया सी पप्पू नूं राजा साहब दे नाल उड्डदे नूं। ते किੱਥੇ ਗਿਆ ਹੋਵੇਗਾ ਵਿਚਾਰਾ ਪੱਪੂ? गया होना किसी और मुल्क च, ਜਾਂ ਫਿਰ ਆਸਮਾਨ ਵਿੱਚ ਖੋ ਗਿਆ ਹੋਣਾ। ਆਸਮਾਨ ਵਿੱਚ? ਹਾਏ ਅੱਲਾ, ਕਿੰਨਾ ਮਜ਼ਾ ਆਇਆ ਹੋਣਾ ਉਹਨੂੰ। ਕਾਸ਼ ਪੱਪੂ ਦੀ ਜਗ੍ਹਾ ਮੈਂ ਹੁੰਦੀ। ਇਹ ਚੱਲੀ, ਆਸਮਾਨ ਵਿੱਚ ਪਤਾ ਕਿੰਨੀ ਠੰਡ ਹੁੰਦੀ ਹੈ,
ਤੇ ਨਾਲੇ ਆਸਮਾਨ ਵਿੱਚ ਜਹਾਜ਼ ਵੀ ਉੱਡਦੇ ਨੇ, ਤੇਰੀ ਕਿਸੇ ਨਾਲ ਟੱਕਰ ਵੀ ਹੋ ਸਕਦੀ। ਹੈ ਪੋਂਗਾ ਜਿਹਾ ਉਹ ਅਸਮਾਨ ਹੈ, ਕੋਈ ਸੜਕ ਨਹੀਂ ਜਿੱਥੇ ਟੱਕਰਾਂ ਹੋ ਸਕਣ। ਅਸਮਾਨ ਤਾਂ ਬਹੁਤ ਖੁੱਲਾ ਹੁੰਦਾ ਹੈ, ਉੱਥੇ ਗੁੱਡੀਆਂ, ਪੰਛੀਆਂ, ਜਹਾਜ਼ਾਂ ਸਭਲੀ ਜਗ੍ਹਾ ਹੁੰਦੀ ਹੈ। ਇੱਕ ਦਿਨ ਮੈਂ ਵੀ ਉਡਾਵਾਂਗਾ ਰਾਜਾ ਸਾਹਿਬ ਨੂੰ। ਜੇ ਤੂੰ ਵੀ ਉੱਡ ਗਿਆ ਰਾਜਾ ਸਾਹਿਬ ਦੇ ਨਾਲ, ਫਿਰ ਮੈਂ ਆਪਣੇ ਪੈਰ ਬੰਨ ਲਵਾਂਗਾ ਨਾ ਬਨੇਰੇ ਨਾਲ। ਤੇਰੇ ਹੱਥ ਕੱਟੇ ਜਾਣਗੇ ਗੁੱਡੂ। ਮੈਂ ਆਪਣੇ ਹੱਥਾਂ ਤੇ ਵੀ ਟੇਪ ਲਾ ਲਵਾਂਗਾ। ਤੇ ਮੈਂ ਕੀ ਕਰਾਂਗੀ? ਤੂੰ ਚੜਖੜੀ ਫੜੀ, ਲਾ ਫੜ ਇਸ ਤਰ੍ਹਾਂ, ਤੇ ਡੋਰ ਨਹੀਂ ਅਟਕਣੀ ਚਾਹੀਦੀ। ਗੁੱਡੂ ਗੁੱਡੂ, ਜੇ ਪਤੰਗ ਪਾੜ ਗਈ ਨਾ, ਤੇਰੇ ਦਾਦੇ ਨੇ ਤੇਰਾ ਸਿਰ ਪਾੜ ਦੇਣੇ। ਉਹਨੂੰ ਆਪਣੀਆਂ ਗੁੱਡੀਆਂ ਨਾਲ ਬੜਾ ਪਿਆਰ ਹੈ। ਆਹੋ, ਇੱਕ ਵਾਰੀ ਨਾ ਰੂਬੀ ਬਾਈ ਕੋਲੋਂ ਪਤੰਗ ਫਟ ਗਈ ਸੀ, ਤੇ ਮੇਰਾ ਦਾਦਾ ਏਦਾਂ ਰੋ ਰਿਹਾ ਸੀ ਜਿੱਦਾਂ ਕੋਈ ਮਰ ਗਿਆ ਹੁੰਦਾ। ਤੇ ਮੇਰਾ ਦਾਦਾ ਕਹਿੰਦਾ ਗੁੱਡੀਆਂ ਵਿੱਚ ਵੀ ਜਾਨ ਹੁੰਦੀ ਹੈ। ਗੁੱਡੀਆਂ ਵਿੱਚ ਜਾਨ? ਹਾਂ, ਮੇਰਾ ਦਾਦਾ ਕਹਿੰਦਾ ਗੁੱਡੀਆਂ ਹੱਸਦੀਆਂ ਵੀ ਨੇ ਤੇ ਰੋਂਦੀਆਂ ਵੀ ਨੇ। ਹੱਸਦੀਆਂ ਨੇ? ਇਹ ਭਲਾ ਕਿਵੇਂ ਹੋ ਸਕਦਾ? ਇੱਕ ਤਾਂ ਮੇਰੇ ਸਾਹਮਣੇ ਖੜੀ ਹੱਸ ਰਹੀ ਹੈ। ਕਿਹੜੀ? ਇਹ ਵਾਲੀ, ਇਹ ਵਾਲੀ, ਇਹ ਵਾਲੀ, ਇਹ ਵਾਲੀ। लो फिर बसंत आई, फूलों पे रंग लाई, लो फिर बसंत आई, लो। ਓਏ 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 ਰਾਣੀ ਜੀ, ਤੁਸੀਂ ਇੱਥੇ ਥੱਲੇ? ਓਏ ਨਾ 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 ਨਾ, ਤੁਹਾਡੀ ਥਾਂ ਤੇ ਉੱਚੀ ਏ ਅਸਮਾਨਾਂ 'ਚ। ਤੁਹਾਡਾ ਤੇ ਰੁਤਬਾ ਉੱਚਾ ਹੈ ਰਾਣੀ ਜੀ। ਤੁਸੀਂ ਇੱਥੇ ਥੱਲੇ ਤਾਂ ਛੋਟੇ ਛੋਟੇ ਗੁੱਡੇ ਗੁੱਡੀਆਂ ਰਹਿੰਦੇ ਨੇ। ਤੁਹਾਨੂੰ ਤੇ ਮੋਹਰਾ ਸਰਕਾਰ ਦੀ ਖਾਸ ਫਰਮਾਇਸ਼ ਤੇ ਤਕਸੀਲ ਕੀਤਾ ਗਿਆ ਸੀ, ਤੇ ਤੁਹਾਡਾ ਰੁਤਬਾ ਤੇ ਇੰਨਾ ਉੱਚਾ ਏ, ਤੁਸੀਂ ਉੱਪਰ ਹੀ ਰਿਹਾ। ਓਏ ਤੁਹਾਡੇ ਪੈਰਾਂ ਨੂੰ ਮਿੱਟੀ। ਓਏ ਨਾ 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 ਨਾ, ਤੁਸੀਂ ਤੇ ਉੱਤੇ ਹੀ ਰਿਹਾ ਕਰੋ ਰਾਣੀ ਜੀ, ਅਸਮਾਨਾਂ 'ਚ। ਮੈਨੂੰ ਹੁਕਮ ਕਰ ਦਿਆ ਕਰੋ, ਤੁਹਾਡੇ ਸਾਰੇ ਕੰਮ ਕਰ ਦਿਆ ਕਰਾਂਗਾ। ਚਲੋ ਚਲੋ, ਆਪਣੀ ਥਾਂ ਤੇ ਚੱਲੋ, ਚਲੋ ਚਲੋ। लो फिर बसंत आई, फूलों पे रंग लाई, लो फिर बसंत आई, लो फिर बसंत आई। ਗੁੱਡੂ ਗੁੱਡੂ, ਦਾਦਾ ਤਾਂ ਸੱਚੀ ਮੁੱਚੀ ਇਹਨਾਂ ਨਾਲ ਗੱਲਾਂ ਕਰ ਰਿਹਾ ਸੀ। ਤੇ ਜਵਾਬ ਵੀ ਦੇ ਰਿਹਾ ਸੀ। ਜਵਾਬ ਦੇ ਰਹੀ ਸੀ? ਮੈਂ ਤੇ ਨਹੀਂ ਸੁਣਿਆ। ਨਹੀਂ ਸੁਣਿਆ? ਨਹੀਂ। ਤੂੰ ਗੱਲ ਕਰਕੇ ਦੇਖ ਤਾਂ। ਚਲ ਮੈਂ ਗੱਲ ਕਰਕੇ ਦੇਖਦੀ ਹਾਂ। ਰਾਣੀ ਜੀ ਮੇਰਾ ਨਾਮ ਗੁੱਡੀ ਹੈ, ਪਰ ਮੈਂ ਉੱਡ ਨਹੀਂ ਸਕਦੀ, ਮੈਂ ਤਾਂ ਜ਼ਮੀਨ ਤੇ ਹੀ ਰਹਿਣੀ ਆ। ਵੇ ਗੁੱਡੂ, ਵੇ ਚਵਲਾ, ਵੇ ਕਿੱਥੇ ਮਰ ਗਏ ਵੇ ਗੁੱਡੂਆ? हमारा आज का पहला सबक ज्योग्राफी का है। जैसे कि आप सब जानते हैं, हम एशिया का हिस्सा हैं। हाँ उस्तानी जी, ये कौन सी किताब में लिखा है? किसने लिखा और क्यों लिखा है? ज्योग्राफी की किताब में, और ये वो हकीकत है जिससे इनकार नहीं किया जा सकता। मगर हम तो उम्मत मुस्लिम का हिस्सा हैं और यही हमारा जोग्राफिया है। उस्तानी जी, आपने तो कहा था हम शायद जोड़े नहीं जा सकते, ये तो कुदरत ने मुकर्रर कर रखा है। अब तक तो यही कहा था, पर अब शायद ज्योग्राफी की तारीफ को बदलना पड़े। तारीफ तो उस खुदा की जाती है उस्तानी जी। शट अप, बैठ जाओ चुप करके। तारीफ और तारीफ में फर्क तो मालूम नहीं तुम्हें? आपकी तारीफ? मैं रूबी हूँ और ये आप सब अच्छे से जानते हैं। मगर आपका किरदार काबिले तारीफ नहीं है मिस जूली। क्या मतलब है तुम्हारा? शर्म करो। शर्म तो तुम्हें आनी चाहिए, बेपर्दों के क्लास में आती हो। तुम होते कौन हो मेरे किरदार के बारे में बात करने वाले? पहले अपनी हरकतें देखो, अपनी गिरेबान में झांक कर देखो। मेरे गिरेबान? मेरे गिरेबान के अंदर तो गंदी बनियान है और उसके अंदर बाल ही बाल। बंद करो ये बकवास। आज हम हड़प्पा सिविलाइजेशन पर बात करेंगे। वो तो बहुत पुरानी तहजीब है उस्तानी जी। हाँ, यानी इंडस वैली। हड़प्पा सिविलाइजेशन एक वक्त पर वादी सिंध का हिस्सा थी। ये 5000 साल पुरानी तहजीब है और ये उस वक्त की बहुत तरक्की याफ्ता तहजीब थी। 5000 साल पुरानी? उस्तानी जी, किधर लेके जाता तुम नौजवान बच्चों को? उस्तानी जी गुमराह कर रही हैं आप मासूम स्टूडेंट्स को। आप लोग बैठ जाओ, बैठो।
जब तक हम अपना इतिहास नहीं जान लेते तब तक हम कैसे कुछ सीख पाएंगे? लेकिन अपना सबक ये बंद करो उस्तादी जी, वरना ऐसा सबक सिखाएंगे कि आप अपना जोग्राफिया भूल जाओ। अगर इतिहास पढ़ाना है तो मोहम्मद बिन कासिम के हमले से शुरू करो। मोहम्मद गजनवी के हमले तो कोर्स में भी हैं, एक एक करके सबको कवर करना है। उस्तानी जी, हमलों के बिना भी तो तारीख होती है, जैसे शहजादे और शहजादियों की रुमानी दास्तानें और गीतों और त्योहारों का बयान। हे मिस जूली। रूबी। हाँ वही, खबरदार अगर मौज मस्ती का बात किया तो, अगर ऐसी चीजें पढ़ोगी तो कल को कहोगी हमें भी गाना गाना है, हमें भी नाचना है, हमें भी बजाना है, हमें भी हंसना है, हंसाना है, ढोल बजाना है, सजना सजाना है, हमें भी छतों पर पतंगे उड़ाना है। इसका इजाजत नहीं है और इसकी हिदायत भी नहीं है। तो फिर अदब पर बात करते हैं, उसकी तो इजाजत है। हाँ हाँ उस्तानी जी करे, अदब तो अच्छी चीज होती है। जब कोई बादशाह दरबार में तशरीफ लाता है तो दरबारी कहता है बादब बामुलाहिजा होशियार, बादशाह सलामत तशरीफ ला रहे हैं। हजरत इल्लामा इकबाल ने कहा है कि अदब से जिंदगी बनती भी है और बिगड़ती भी है। तो फिर शायरी पर बात करते हैं। हाँ कर ले उस्तानी जी, लेकिन इतना ख्याल रहे कि किताबों से कुछ शायरों को हटा दिया गया है, जैसे मीर तकी मीर, फैज, फिराज और वो क्या था, गालिब चाचा। हटा दिए? चाचा जी उस्तानी जी। कब हटाए, किसने हटाए? हमने हटाए उस्तानी जी, और वो भी अभी अभी। ये क्या कर रहे हैं आप? ये मेरी जिंदगी का सरमाया है। लेकिन हमारी जिंदगी का नहीं है, ये सब खुराफात है। मगर बड़े शायरों को तो बढ़ाने की इजाजत है कि नहीं, जैसे इकबाल, मोमिन, नासिर काज़मी और रूमी। हाँ है, लेकिन इसमें भी याद रहे कि शायरी में गुलो बुलबुल के किस्से नहीं होने चाहिए, ना ही शराब की बात हो, ना ही इश्क का किस्सा ना हो, हुस्न की दास्तान हो, ना साकी की बात ना हो, पैमाने की बात हो, ना कोठे का जिक्र हो, ना बला खाने का जिक्र हो। मेरे ख्याल में शायरों को रहने देते हैं, आज हम अफसानों पर बात करेंगे। जी उस्तानी जी, हम मंटो की कहानी टोबा टेक सिंह पर बात करते हैं। हाँ, टोबा टेक सिंह मंटो का बेहतरीन अफसाना है। इसका शुमार दुनिया के बेहतरीन अफसानों में किया जाता है। मंटो का अफसाना, वो भी हमारे कोर्स में? तौबा तौबा तौबा, कितना गंदा लिखता था यार मंटो अपने अफसानों में। और रही बात टोबा टेक सिंह की, उसको तो वैसे भी हमने उधर भेज दिया था उसके अपने लोगों के पास। थू थू थू। उस्तादी जी, अभी जिसने मंटो का नाम लिया सभी एक बार थूको। पढ़ाई का सिलसिला जारी रखे उस्तादी जी, तब तक हम दूसरे कॉलेज का चक्कर लगा के आते हैं। और हाँ, इलाके का भी जायजा लेकर आते हैं कि कहीं बच्चों को कोई पोलियो का कतरा तो नहीं पिला रहा। एक बात और कान खोल कर सुन लो उस्तादी जी, लड़का और लड़की के बैठने में फासला 3 फुट से कम का नहीं होना चाहिए। 3.25 फीट का फासला? ए मिस्टर, 3 इंच दूर होके बैठ। अब पढ़ाई उस्तानी जी। रोकथाम रोकथाम अब हमारा यही काम, रोकथाम रोकथाम अब हमारा यही काम, रोकथाम रोकथाम अब हमारा यही काम। ना हम इतिहास पढ़ा सकते, ना ही ज्योग्राफी और ना ही अदब। साइंस पढ़ाओ तो उस पर एतराज, आर्ट्स पढ़ाओ तो उसमें बागी शायर। मुझे लगता है कॉलेज ही बंद करना पड़ेगा। रूबी, मगर हम क्या करेंगे? हम अपने घरों से दूर प्राइवेट कॉलेज भी तो नहीं जा सकते, और ना ही उनकी फीसें भर सकते हैं। मेरे घर वाले तो इतनी दूर मुझे जाने भी नहीं देंगे। यार रूबी, मगर हम अपने जहन को कैसे बंद कर सकते हैं यार? ये लोग हमारे पढ़ने लिखने, यहाँ तक कि सोचने समझने की सलाहियत पर भी पाबंदी लगा देना चाहते हैं। अच्छा खैर छोड़ो, अभी वो लोग यहाँ नहीं है। आओ मंटो को पढ़ते हैं। और गालिब को, इस्मत आपा, बानो को दसिया, फैज को और फराज को। रूबी, मुकाम फैज कोई राह में जचा नहीं, जो कुएं यार से निकले तो सुएदार चले। बदल कर हम फकीरों का भेस गालिब, तमाशाए अहले करम देखते हैं। हद होती है बेशर्मी की, बेहयाई की, सेंसरशुदा शेर पढ़ते हो। तुम लोगों को क्या लगता है कि तुम लोगों पे हमारी नजर नहीं है? बंद करो ये क्लास, गेट आउट, गेट आउट। बा अदब, बा मुलाहिजा, होशियार, खबरदार। रात से निकल कर नहीं जाना चाहिए। फिक्र मत करो भाईजान, मेरे हाथ से तो आज तक मुर्गी का बच्चा भी नहीं निकल पाया। कोई भी बच्चा बचना नहीं चाहिए। फिक्र मत करो उस्ताद, ऐसा ही होगा। और तुम इंटरनेट पे नजर रख रहे हो ना? जी उस्ताद, आज सुबह एक लड़का लड़की इंस्टा पर रोमांटिक होता। क्या? हमने अपना टांग बीच में डाया। और यार बराबर चेक करो, कभी इंस्टा से टिंडर पे तो नहीं आ गया यार। उस्ताद, अहमद नदीम कासमी की नज़म का अनवान है पत्थर। कहता है एक लम्हे को ठहर, तुझे पत्थर ला दूं। पत्थर? लेकिन हमारा इलाका में कोई संसारी का केस नहीं है यार, पत्थर का हम क्या करेगा? लेकिन हाँ,
ढेले का जरूरत है। ढेले का जरूरत? मैं कुछ समझा नहीं उस्ताद। यार अभी तुम बादशाह, कैसे समझाओ यार। जैसा उस्ताद कहता वैसा करो यार। उस्ताद चेक करो यार हुस्न के साथ हसीना को भी तो कत्ल करो यार। हसीना बच गया तो हुस्न का भी खत्म नहीं होगा। उस्ताद हसीना को भी शामिल कर दिया, मेरा मतलब है काट दिया है। और ये क्या किया यार, छाती को काट दिया और सीने को रहने दिया। इधर देख तो सर, ऊपर लाने थे। उस्ताद अभी ठीक करके पेश करता हूँ। सेंसरशिप बुनियादी चीज है, हमारी किताबों में क्या लिखा जा रहा है इस पर पूरा नजर रखो। सही कहा उस्ताद, इसीलिए हमने इनको इंस्टा और यूट्यूब से भगा दिया है। शाबाश, बहुत खूब। और ये फॉरेन साइट पर भी नजर रखो। वो तो मैं हमेशा रखता हूँ उस्ताद जी। कोई भी नया फॉरेन साइट है तो मुझे भी बताना यार। मेरा मतलब है बड़ा मसला है, क्या जमाना आ गया फॉरेन साइट पर पूरा 145 फिल्में, तो मैं खुद गिना यार। उस्ताद अभी अभी एक नया साइट लॉन्च हुआ है मार्केट में, देखो। ओ यार क्या नाम है, दिखाओ। थोड़ा नीचे, थोड़ा तस्वीर बड़ा करना। हाथ मत लगा यार, थोड़ा नीचे। हाँ तौबा तौबा तौबा, बंद करो यार। अस्तगफिरुल्लाह अस्तगफिरुल्लाह। बेशक बंद कर यार। हमने जो तराना लिखा वो सुनाओ जल्दी। उस्ताद वो तो याद ही नहीं उस्ताद। अच्छा अभी आ जाएगा। तलब करो तलब करो तलब करो तलब करो, अलिफ से आला बन सकता है, बे से बच्चा बिगड़ सकता है, पे से पाप पनप सकता है। इन सबको फौरन तलब करो तलब करो तलब करो तलब करो तलब करो तलब करो तलब करो। ਉਹ ਰੂਬੀ ਪੁੱਤਰ ਉਹ ਮਲਕਾ ਵਿਕਟੋਰੀਆ ਦਾ ਜ਼ਮਾਨਾ ਸੀ। ਕੋਈ ਅੰਗਰੇਜ਼ਾਂ ਨੂੰ ਪਤੰਗਾਂ ਬਹੁਤ ਵਧੀਆ ਲੱਗਦੀਆਂ ਸੀ। ਲਾਟ ਸਾਹਿਬ ਖੁਦ ਮੋਚੀ ਦਰਵਾਜ਼ਿਓਂ ਆ ਕੇ ਮੇਰੇ ਦਾਦੇ ਤੋਂ ਪਤੰਗਾਂ ਲੈ ਕੇ ਜਾਂਦਾ ਹੁੰਦਾ ਸੀ ਤੇ ਫਿਰ ਜਾ ਕੇ ਗੋਰੀਆਂ ਮੇਮਾਂ ਨਾਲ ਪੇਚੇ ਲੜਾਉਂਦਾ। ਉਹ ਇੱਕ ਵਾਰੀ ਜਦੋਂ ਉਹ ਵਲੈਤ ਗਿਆ ਤੇ ਜਾਂਦਾ ਮੇਰੇ ਦਾਦੇ ਦੇ ਹੱਥ ਦੀਆਂ ਬਣੀਆਂ ਹੋਈਆਂ ਪਤੰਗਾਂ ਲੈ ਗਿਆ। ਉਹ ਉੱਥੇ ਵਲੈਤੀ ਕਾਰੀਗਰਾਂ ਨੇ ਬਹੁਤ ਜ਼ੋਰ ਲਾਇਆ ਕਿ ਲਾਹੌਰੀ ਪਤੰਗਾਂ ਵਰਗੀਆਂ ਪਤੰਗਾਂ ਬਣਾ ਲੈਣ, ਪਰ ਨਾ ਲਾਹੌਰੀ ਪਤੰਗਾਂ ਦੀ ਕੋਈ ਰੀਸ ਨਹੀਂ ਕਰ ਸਕਦਾ। ਬੜੇ ਵੱਡੇ ਫਨਕਾਰ ਸਨ ਸਾਡੇ ਵੱਡੇ। रूबी नी भेडे किथे मर गई है, दादे नु आख बाहर खान ठेकेदार आया ही। दादा जी अम्मी वाजा मारी जाती है, बाहर खान ठेकेदार आया है। ਓਏ ਖਾਨ ਠੇਕੇਦਾਰ ਨੇ ਸਾਡਾ ਖਾਨਾ ਖਰਾਬ ਕਰਨ ਦਾ ਠੇਕਾ ਲੈ ਲਿਆ। ਆਸੇ-ਪਾਸੇ ਦੇ ਮਕਾਨ ਤਾਂ ਖਰੀਦ ਚੁੱਕੇ ਤੇ ਹੁਣ ਮੇਰੇ ਦੁਆਲੇ ਹੋਏ ਕਿ ਮੈਂ ਵੀ ਆਪਣੇ ਇਸ ਪੁਰਖਿਆਂ ਦੇ ਮਕਾਨ ਨੂੰ ਵੇਚ ਕੇ ਸ਼ਿਫਟ ਹੋ ਜਾਵਾਂ। दादा जी चाचे री मैंने भी नहीं बेचा अपना मकान, हुण तुसी भी ना बेचो। नाले सम्मी नूं अपना महल्ला बहुत पसंद है। मौजू उस्ताद की हाल चाल ने? तबीयत पानी सब ठीक? ਸ਼ੁਕਰ ਹੈ ਅੱਲਾ ਦਾ। इधरों दी लंघ रहा सा, सोचा उस्ताद जी की खैर सलामत पुछदा जावां। मकान बहुत खस्ता हाल हो गया नहीं? ਹਾਂਜੀ ਇਹ ਤੇ ਹੈ। मौजू उस्ताद तुहानूं तां पता ही है मैनूं तुहाडी किन्नी फिक्र रहिंदी है। मौजू उस्ताद कल रात मैनूं एक सुपना आया। सुपने विच तुहाडे घर दी छत गिर गई है ਅਤੇ ਉਸੇ ਛੱਤ ਥੱਲੇ ਆ ਕੇ ਤੁਸੀਂ ਫੌਤ ਹੋ ਗਏ ਹੋ। ਬੜਾ ਮਨਹੂਸ ਸੁਪਨਾ ਆਇਆ ਠੇਕੇਦਾਰ ਸਾਹਿਬ। ਕਈ ਵਾਰ ਸੁਪਨੇ ਵੀ ਸੱਚ ਹੋ ਜਾਂਦੇ ਨੇ ਉਸਤਾਦ ਜੀ। ਮੈਨੂੰ ਵੀ ਅੱਜ ਸਵੇਰੇ ਇੱਕ ਸੁਪਨਾ ਆਇਆ। ਸੁਪਨੇ 'ਚ ਤੁਸੀਂ ਮੇਰੇ ਕੋਲੇ ਘਰੇ ਆਏ ਹੋ ਤੇ ਮੇਰੇ ਨਾਲ ਇਹ ਮਕਾਨ ਵੇਚਣ ਦੀ ਗੱਲ ਕਰ ਰਹੇ ਹੋ। ਇੰਨੇ 'ਚ ਮੇਰਾ ਪੋਤਰਾ ਗੁੱਡੂ ਆਇਆ, ਆ ਕੇ ਉਹਨੇ ਮੈਨੂੰ ਇੱਟ ਪਕੜਾਈ ਤੇ ਮੈਂ ਤੋੜ ਕਰਕੇ ਤੁਹਾਡੇ ਮੱਥੇ 'ਚ ਮਾਰੀ। ਸਿਆਣੇ ਕਹਿੰਦੇ ਆ ਸਵੇਰੇ ਸਵੇਰੇ ਦੇ ਸੁਪਨੇ ਦੇਖੇ ਸੱਚੇ ਹੁੰਦੇ ਆ। ਮੌਜੂ ਉਸਤਾਦ ਵੀ ਬਸ ਸਮਝ ਗਿਆ ਇਜਾਜ਼ਤ ਦਿਓ ਚੱਲਦਾ ਹਾਂ। ਓਏ ਇਹ ਠੇਕੇਦਾਰਾਂ ਨੇ ਵੀ ਸਾਡੇ ਮੁਹੱਲੇ ਦਾ ਸੱਤਿਆਨਾਸ਼ ਕਰਨ ਦਾ ਠੇਕਾ ਲੈ ਲਿਆ। ਓਏ ਗੱਲਬਾਤ ਕਰਨ ਤੇ ਪਾਬੰਦੀ, ਬੋਲਣ ਚਾਲਣ ਤੇ ਪਾਬੰਦੀ, ਹੱਸਣ ਖੇਡਣ ਤੇ ਪਾਬੰਦੀ, ਨੱਚਣ ਗਾਉਣ ਤੇ ਪਾਬੰਦੀ। ਓਏ ਪਤੰਗਾਂ ਉਡਾਉਣ ਤੇ ਪੇਚੇ ਲਾਉਣ ਤੇ ਵੀ ਸਜ਼ਾਵਾਂ ਮੁਕਰਰ ਕਰ ਦਿੱਤੀਆਂ ਨੇ। अबू जी ਹਾਂ ਪੁੱਤਰ, वो ठेकेदार किथे गया? मैं ओदे जोगी चाह बना के लियांदी सी। ਚਾਹ ਤਾਂ ਮੈਂ ਪਿਆਤੀ, ਉਹ ਵੀ ਤੇਜ਼ ਮਿੱਠੇ ਵਾਲੀ। दौड़ की क्या तो आजाद हो गई ने। ਚੱਲੀਏ ਇਹ ਕੱਟੀਆਂ ਗਈਆਂ ਨੇ। ओहो कट्टियां नहीं गईया, आजाद हो गई ने। इतना तो कोई ठिकाना नहीं
ਨਹੀਂ ਰਿਹਾ ਹਵਾ ਇਹਨਾਂ ਨੂੰ ਕਿਧਰੇ ਵੀ ਜਾ ਸਕਦੀ ਹੈ ਕਿ ਕਿਸੇ ਦੀ ਵੀ ਛੱਤ ਤੇ ਗਿਰ ਸਕਦੀਆਂ ਨੇ ਤੇ ਕਿਸੇ ਦੀ ਵੀ ਛੱਤ ਤੇ ਅਟਕ ਸਕਦੀਆਂ ਨੇ ਹਾਂ ਹੁਣ ਹਵਾ ਇਹਨਾਂ ਨੂੰ ਜਿਸ ਪਾਸੇ ਮਰਜ਼ੀ ਲੈ ਕੇ ਜਾ ਸਕਦੀ ਹੈ ਇਹ ਚਲੀਆਂ ਜਾਂਦੀਆਂ ਦੂਰ ਬਹੁਤ ਦੂਰ ਚਲੀਆਂ ਜਾਂਦੀਆਂ ਰੂਬੀ ਇਹ ਚੁੜੇਲੇ ਕਿੱਥੇ ਮਰ ਗਈ ਹੈ? ਆਈ ਆ ਗਈ ਅੰਮੀ ਸੰਮੀ ਵੈਸੇ ਤੈਨੂੰ ਮੈਂ ਪਸੰਦ ਤਾਂ ਹਾਂ ਨਾ ਉਹ ਬਾਵਾ ਖੜ ਮੈਸੇਜ ਦਾ ਜਵਾਬ ਤਾਂ ਦੇ ਮੇਰੇ ਬਾਰੇ ਕੀ ਖਿਆਲ ਹੈ ਮੈਂ ਤੈਨੂੰ ਪਸੰਦ ਤਾਂ ਹਾਂ ਬਹੁਤ ਜ਼ਿਆਦਾ ਰਾਤੀ ਛੱਤ ਤੇ ਆਈ ਠੀਕ ਹੈ ਕਿੱਥੇ ਮਰ ਗਈ ਹੈ ਰੂਬੀ? ਮੰਮੀ ਆ ਦੇਖੋ ਹਾਏ ਹਾਏ ਆ ਦੇਖ ਜਰਾ ਆਪਣੇ ਪੁੱਤਰ ਦੀ ਕਰਤੂਤ ਲੋਕਾਂ ਦੀਆਂ ਛੱਤਾਂ ਤੇ ਪਰਚੀਆਂ ਸੁੱਟਦਾ। ਆ ਦੇਖ ਜਾ ਮੈਂ ਗੁੱਡੂ ਆ ਪੜ ਜਰਾ ਕੀ ਲਿਖਿਆ। ਉਹ ਤੇਰੀ ਲਿਖਿਆ ਰਾਤ ਨੂੰ ਆਉਂਗੀ। ਆ ਪੜ ਤੇ ਗੁੱਡੀ ਨੇ ਕੀ ਲਿਖਿਆ? ਲਿਖਿਆ ਹੈ ਰਾਤ ਨੂੰ ਮਿਲਾਂਗੇ। ਲੈ ਦੇਖ ਲੈ ਆਪਣੀ ਧੀ ਦੀ ਕਰਤੂਤ। ਮੇਰੀ ਧੀ ਨੇ ਨਹੀਂ ਲਿਖਿਆ ਕਿਸੇ ਹੋਰ ਨੇ ਲਿਖਿਆ ਹੋਣਾ। ਨਹੀਂ ਮੈਂ ਉਸ ਦੀ ਲਿਖਾਈ ਚੰਗੀ ਤਰ੍ਹਾਂ ਪਛਾਣਦੀ ਆ ਉਸੇ ਦੀ ਕਰਤੂਤ ਹੈ। ਹਾਏ ਸਿਰ ਪਾੜਤਾ ਮੇਰਾ, ਹਾਏ ਦਿਲ ਨਾ ਕੱਢ ਦਿੱਤਾ, ਹਾਏ ਜੈ ਵੱਡੀਏ ਤੇਰਾ ਕੱਖ ਨਾ ਰਹੇ। ਹਮਲਾ ਕੀਤਾ ਤੂੰ ਮੇਰੇ ਤੇ ਹਮਲਾ, ਤੇਰਾ ਕੱਖ ਨਾ ਰਹੇ, ਤੇਰਾ ਕੱਖ ਨਾ ਰਹੇ। ਹਾਏ ਨੀ ਹਾਏ ਹਾਏ ਨੀ ਖਾਨਾ ਖਰਾਬ ਹੋ ਜੇ ਤੇਰਾ, ਨੀ ਤੇਰਾ ਕੱਖ ਨਾ ਰਹੇ। ਨੀ ਜਾਣੇ ਨੀ ਚਲੈਣੀਏ ਨੀ ਕਪੱਤੀਏ ਤੇਰਾ ਕੱਖ ਨਾ ਰਹੇ। ਮਰ ਜਾਵੇਂ ਆ ਕੋਠੇ ਟੱਪਣੀ ਕਿਹੜੀ ਏ ਮੈਨੂੰ ਨਜ਼ਰ ਤੇ ਆਵੇ ਸਹੀ। ਜਿਹੜਾ ਰੁੱਕੇ ਸੁੱਟਦਾ ਕਿਹੜਾ ਹੈ, ਜਿਹੜਾ ਪੇਚੇ ਪਾਉਂਦਾ ਕਿਹੜਾ ਹੈ, ਉਹਦੀ ਸ਼ਰਮ ਹਿਆ ਕਿੱਥੇ ਗਈ? ਕੀ ਜ਼ਮਾਨਾ ਆਇਆ ਏ ਕੁੜੀਆਂ ਨੂੰ ਘਰ ਵਿੱਚ ਪਾਇਆ ਏ ਬੁਰਕਾ ਲਾਇਆ ਚੱਦਰ ਗਈ। ਮੋਬਾਈਲਾਂ ਤੇ ਲਾਓ ਪਾਬੰਦੀ ਜੀ, ਸ਼ਰੀਅਤ ਇਹੋ ਕਹਿੰਦੀ ਜੀ, ਕੱਢੋ ਜਿਹੜੀ ਕਸਰ ਹੈ ਰਹਿੰਦੀ ਜੀ। क्या यार ये क्या कैसा ये कोई लड़ाई हमारी लड़ाई तो कल कल करके मारने का होता है यार। फिक्र मत करो उस्ताद, हम उसके इलाके को भी अपना इलाका बनाएगा। और यहाँ का मर्द तो शादी और बसंत पर फायरिंग करता है, तो अभी हवा में गोली चलाना तो गोली का जाया करना यार। असले का तो ही नहीं असला है। मुश्किल से एक आध गोली वापसी पे किसी को लग जाता होगा बस। इसीलिए उस्ताद हमने बसंत पर पाबंदी लगा दी है। हाँ यार बसंत पर बेशक पाबंदी है, लेकिन हमने भी तो पतंग पर फायरिंग करके बो काटा किया। मगर जो मजा फला काटा में है ना वो बो काटे में नहीं। खबर खुदा ये नया बंदूक लेके कितने फिरता तुम? उस्ताद वो नया माल आया था, सोचा कि चेक चुप कर ले। बहुत खुदा बंदूक का खूबी तो इस्तेमाल करके पता चलता है यार। इसीलिए तो लाया उस्ताद मोहतरम, किसी ग्राउंड में ले जाके चेक करते हैं। तो कर लो बात, ये भी कोई माशूक है इसे वीराने में ले जाके चेक करेगा? इधर ही चेक करो यार। मगर उस्ताद छतों पर बच्चे हैं, किसी को लग गई तो? और यार मैं वाई फायरिंग के लिए नहीं किया, सीधा चलाओ। जिधर भी कोई मोबाइल चलाता दिखे उसे उड़ा दो। वो देखो और यार अभी तुम बादशाह है, इधर लाओ। ये देखो ਗੁੱਡੂ ਮੈਂ ਰਾਣੀ ਪਤੰਗ ਜਿਹਨੂੰ ਤੂੰ ਤਹਿਖਾਨੇ ਵਿੱਚ ਪਤੰਗ ਦੀ ਸ਼ਕਲ 'ਚ ਵੇਖਦਾ ਹੈ। ਡਰ ਨਾ, ਮੈਂ ਤੇਰੀ ਦੋਸਤ ਆ। ओ मेरी दोस्त ਹਾਂ ਉਹ ਵੇਖ ਗੁੱਡੀ ਵੀ ਆ ਗਈ ਏ। गुड्डी कर दिया। आ देख वो थोड़ी तय खाने वाली रानी पतंग सी ना, वो सच्ची मुच्ची आ गई है। ਹਾਂ ਮੈਨੂੰ ਵੀ ਉਹਨੇ ਬੁਲਾਇਆ ਖਾਬ ਵਿੱਚ ਆ ਕੇ।
ਦੱਬ ਜਿਹੜੀ ਤੁਹਾਡੇ ਗੱਲਾਂ ਕਰਦਾ ਰਾਣੀ ਬਾਜੀ ਉਹ ਤੁਸੀਂ ਸੁਣ ਵੀ ਸਕਦੇ ਹੋ। ਆਹੋ ਗੁੱਡੂ, ਤੇ ਮੈਂ ਉਹਨਾਂ ਗੱਲਾਂ ਦੇ ਜਵਾਬ ਵੀ ਦਿੰਨੀ ਆ ਜਿਨ੍ਹਾਂ ਨੂੰ ਸਿਰਫ ਉਹੀ ਸੁਣ ਸਕਦੇ ਨੇ। ਪਰ ਰਾਣੀ ਬਾਜੀ ਤੁਸੀਂ ਇਸ ਤਹਿਖਾਨੇ ਵਿੱਚ ਬੰਦ ਰਹਿ ਕੇ ਤੰਗ ਨਹੀਂ ਆ ਜਾਂਦੇ? ਹਾਂ, ਮੇਰੀ ਜਗ੍ਹਾ ਇਸ ਤਹਿਖਾਨੇ ਵਿੱਚ ਨਹੀਂ ਹੈ। ਮੇਰੀ ਜਗ੍ਹਾ ਤੇ ਅਸਮਾਨ ਦੀਆਂ ਬੁਲੰਦੀਆਂ ਤੇ ਹੈ, ਖੁੱਲੀਆਂ ਹਵਾਵਾਂ ਵਿੱਚ ਹੈ। ਪਰ ਇਹ ਚੰਦਰੇ ਲੋਕ ਮੈਨੂੰ ਬੰਦ ਕਰ ਦੇਣਾ ਚਾਹੁੰਦੇ ਨੇ, ਹਮੇਸ਼ਾ ਹਮੇਸ਼ਾ ਦੇ ਲਈ। ਪਰ ਕਿਉਂ ਰਾਣੀ ਬਾਜੀ? ਉਹ ਇਸ ਲਈ ਮੇਰੀ ਗੁੱਡੀ, ਕਿਉਂਕਿ ਇਹ ਲੋਕ ਮੁਹੱਬਤ ਤੇ ਆਜ਼ਾਦੀ ਦੇ ਦੁਸ਼ਮਣ ਨੇ। ਇਹਨਾਂ ਨੂੰ ਖੂਬਸੂਰਤੀ ਅਤੇ ਰੰਗੀਨੀ ਤੋਂ ਡਰ ਲੱਗਦਾ ਹੈ ਤੇ ਖੇਡ ਤੇ ਮौज ਮਸਤੀ ਨਾਲ ਇਹਨਾਂ ਨੂੰ ਨਫ਼ਰਤ ਹੈ। ਇਸੇ ਕਰਕੇ ਇਹ ਮੈਨੂੰ ਹਨੇਰੇ ਤੇ ਖਾਨੇ ਵਿੱਚ ਬੰਦ ਕਰ ਦੇਣਾ ਚਾਹੁੰਦੇ ਨੇ ਤੇ ਇਹਨਾਂ ਦੀ ਕੋਸ਼ਿਸ਼ ਹੈ ਕਿ ਮੇਰੇ ਪਰਾਂ ਨੂੰ ਲੀਰੋ ਲੀਰ ਕਰਕੇ ਹਵਾ ਵਿੱਚ ਉਡਾ ਦੇਣ ਜਾਂ ਫਿਰ ਪੈਦਾ ਹੋਣ ਤੋਂ ਪਹਿਲਾਂ ਹੀ ਮੇਰਾ ਗਲਾ ਘੋਟ ਦੇਣ। ਫਿਰ ਤਾਂ ਰਾਣੀ ਬਾਜੀ ਇਸ ਤਹਿਖਾਨੇ ਵਿੱਚ ਰਹਿ ਕੇ ਤੁਹਾਡਾ ਦਮ ਘੁੱਟ ਜਾਂਦਾ ਹੋਵੇਗਾ। ਹਾਂ, ਪਰ ਰਾਤ ਦੀ ਰੋਸ਼ਨੀ ਵਿੱਚ ਮੈਂ ਚੰਦ ਤਾਰਿਆਂ ਤੇ ਚਲੀ ਜਾਂਦੀਆਂ ਤੇ ਚੰਦ ਤਾਰਿਆਂ ਦੇ ਨਾਲ ਗੱਲਾਂ ਕਰਦੀਆਂ, ਉੱਤੇ ਹੀ ਉੱਤੇ ਉੜਦੀਆਂ ਤੇ ਤਾਜ਼ਾ ਹਵਾ ਮੇਰੇ ਪਰਾਂ ਵਿੱਚ ਜਾਨ ਪਾ ਦਿੰਦੀ ਹੈ ਤੇ ਮੇਰੀਆਂ ਬਾਹਾਂ ਮਜ਼ਬੂਤ ਹੋ ਜਾਂਦੀਆਂ ਨੇ ਤੇ ਖੁਸ਼ੀ ਤੇ ਆਜ਼ਾਦੀ ਦੇ ਅਹਿਸਾਸ ਨਾਲ ਮੇਰਾ ਸੀਨਾ ਫੁੱਲ ਜਾਂਦਾ ਹੈ ਤੇ ਮੇਰੇ ਵਰਗੀਆਂ ਹੋਰ ਵੀ ਰਾਣੀਆਂ, ਗੁੱਡੀਆਂ ਅਤੇ ਪਤੰਗਾਂ ਤਹਿਖਾਨਿਆਂ ਵਿੱਚੋਂ ਆਜ਼ਾਦ ਹੋ ਜਾਂਦੀਆਂ ਨੇ ਤੇ ਅਸਮਾਨ 'ਚ ਰਲ ਕੇ ਖੇਡਦੀਆਂ ਨੇ, ਉੱਚੀ ਉੱਚੀ ਹੱਸਦੀਆਂ ਨੇ। ਨੀਲੀਆਂ, ਪੀਲੀਆਂ, ਲਾਲ ਤੇ ਗੁਲਾਬੀ ਪਤੰਗਾਂ ਦੀ ਆਪਣੀ ਦੁਨੀਆ। ਫਿਰ ਤੇ ਤੁਹਾਨੂੰ ਬੜਾ ਮਜ਼ਾ ਆਉਂਦਾ ਹੋਣਾ ਰਾਣੀ ਬਾਜੀ। ਆਹੋ ਗੁੱਡੀ, ਬੜਾ ਮਜ਼ਾ ਕਰਦੀਆਂ। ਅਸੀਂ ਅਸਮਾਨ ਤੇ ਸ਼ਰਾਟੇ ਭਰਦੇ ਆਪਣੀ ਮਸਤੀ ਵਿੱਚ ਉੜਦੇ ਫਿਰਦੀਆਂ, ਛੱਤਾਂ ਤੇ ਟੱਪਦੇ ਬੱਚਿਆਂ ਦੇ ਉੱਤੋਂ, ਮਜ਼ਦੂਰਾਂ ਦੇ ਉੱਤੋਂ ਤੇ ਖਾਮੋਸ਼ੀ ਦੀ ਚਾਦਰ ਲਪੇਟੇ ਫੁੱਲਾਂ ਤੇ ਬੂਟਿਆਂ ਦੇ ਉੱਤੋਂ। ਤੇ ਜਦੋਂ ਹੀ ਚਾਂਦੇ ਜਾਣ ਦਾ ਵੇਲਾ ਹੁੰਦਾ ਹੈ, ਉਹ ਫੁੱਟਦੇ ਹੀ ਸਾਨੂੰ ਜਾਣਾ ਪੈਂਦਾ ਹੈ। ਜੇ ਕੋਈ ਰਾਣੀ ਬਾਜੀ ਤੁਹਾਨੂੰ ਦੇਖ ਲਵੇ ਔਰ ਤੁਹਾਨੂੰ ਪੁਲਿਸ ਫੜ ਕੇ ਲੈ ਜਾਵੇ? ਓ ਗੁੱਡੂ, ਉਹ ਸਾਨੂੰ ਪੁਲਿਸ ਕਿੱਦਾਂ ਫੜੇਗੀ? ਪੁਲਿਸ ਦੇ ਸਾਹਮਣੇ ਖੜੇ ਚੋਰਾਂ ਨੂੰ ਨਹੀਂ ਫੜ ਸਕਦੀ। ਨਾਲੇ ਸਾਨੂੰ ਤੇਰੇ ਦਾਦੇ ਅਤੇ ਦੂਜੇ ਪਤੰਗ ਸਾਜ਼ਾਂ ਦਾ ਖਿਆਲ ਹੁੰਦਾ ਹੈ ਕਿ ਜਿਸ ਦਿਨ ਸਾਡਾ ਰਾਜ਼ ਖੁੱਲ ਗਿਆ, ਉਹ ਵਿਚਾਰੇ ਵੀ ਫੜੇ ਜਾਣਗੇ ਤੇ ਉਹਨਾਂ ਦੀ ਤਾਂ ਸ਼ਾਮਤ ਹੀ ਆ ਜਾਏਗੀ। ਰਾਣੀ ਬਾਜੀ ਮੈਂ ਵੀ ਤੁਹਾਡੇ ਨਾਲ ਜਾਵਾਂਗੀ। ਕਿੱਥੇ? ਉੱਤੇ ਅਸਮਾਨਾਂ ਵਿੱਚ ਚੰਦ ਤਾਰਿਆਂ ਦੇ ਕੋਲ। ਮੇਰੀ ਗੁੱਡੀ, ਤੂੰ ਉੱਤੇ ਜਾ ਕੇ ਕੀ ਕਰੇਗੀ? ਤੇਰੀ ਜਗ੍ਹਾ ਤਾਂ ਨੀਚੇ ਹੈ, ਜ਼ਮੀਨ ਉੱਤੇ। ਨਹੀਂ ਰਾਣੀ ਬਾਜੀ, ਮੈਂ ਵੀ ਤੁਹਾਡੇ ਵਾਂਗ ਅਸਮਾਨ ਵਿੱਚ ਉੱਡਣਾ ਚਾਹੁੰਦੀ ਆ। ਮੇਰਾ ਨਾਮ ਵੀ ਤਾਂ ਗੁੱਡੀ ਹੈ ਤੇ ਗੁੱਡੀ ਦਾ ਵੀ ਤਾਂ ਦਿਲ ਕਰੇਗਾ ਕਿ ਉਹ ਵੀ ਉੱਡੇ। ਕਿਉਂ ਗੁੱਡੂ? ਹਾਂਜੀ ਰਾਣੀ ਬਾਜੀ, ਮੈਂ ਵੀ ਤੁਹਾਡੇ ਨਾਲ ਜਾਵਾਂਗਾ ਅਸਮਾਨ ਵਿੱਚ, ਪੱਪੂ ਨੂੰ ਲੱਭਣ ਜਿਹੜਾ ਰਾਜਾ ਸਾਹਿਬ ਦੇ ਨਾਲ ਉੱਡ ਗਿਆ ਸੀ। ਠੀਕ ਹੈ, ਪਰ ਉੱਡਣ ਵਾਸਤੇ ਉੱਡਣ ਦੀ ਚਾਹਤ ਦੇ ਨਾਲ ਉੱਡਣ ਦਾ ਹੌਸਲਾ ਵੀ ਹੋਣਾ ਚਾਹੀਦਾ ਹੈ। ਆਪਣੇ ਆਪ ਤੇ ਈਮਾਨ ਤੇ ਭਰੋਸਾ ਹੋਣਾ ਚਾਹੀਦਾ ਹੈ ਕਿ ਅਸੀਂ ਕਦੇ ਵੀ ਥੱਲੇ ਨਹੀਂ ਡਿੱਗਾਂਗੇ। ਤੇ ਇੱਕ ਗੱਲ ਹੋਰ ਯਾਦ ਰੱਖਣਾ, ਆਪਣੇ ਸੁਪਨਿਆਂ ਨੂੰ ਕਦੇ ਵੀ ਮਰਨ ਨਹੀਂ ਦੇਣਾ, ਕਦੇ ਵੀ ਮਰਨ ਨਹੀਂ ਦੇਣਾ। ਬਸ ਉੱਤੇ ਹੀ ਉੱਤੇ ਉੜਦੇ ਜਾਣਾ ਏ, ਉੱਤੇ ਹੀ ਉੱਤੇ, ਉੱਤੇ ਹੀ ਉੱਤੇ, ਉੱਤੇ ਹੀ ਉੱਤੇ, ਉੱਤੇ ਹੀ ਉੱਤੇ। बस रानी भाई, बस करो रानी भाई, छापा पाजेगी रानी भाई, पुलिस आ जाएगी रानी भाई, बस करो रानी भाई, पुलिस आ जाएगी रानी भाई। ਵੇ ਚਾਵਲਾ, ਵੇ ਕੀ ਦੌਰਾ ਪਿਆ ਤੈਨੂੰ? ਕੀ ਬੁੜਬੁੜ ਕਹੀ ਜਾਂਦਾ ਹੈ? मम्मी पुलिस तो नहीं है, छापा तो नहीं, गोली चल चली। ਪੁਲਿਸ ਚਲ ਗਈ ਨਾ, ਕੀ ਬੋਲੀ ਜਾਂਦਾ ਬੇ? ਭੋਂਗਾ ਜਾਣਾ ਹੋਏ ਤਾਂ। मम्मी मैं जुड़ी तहखाने वाली रानी पतंग है ना, वो रात ਨੂੰ ਸੱਚੀ ਮੁੱਚੀ ਬਾਹਰ ਹੁੰਦੀ ਅੰਮੀ ਤੇ ਆਸਮਾਨ ਵਿੱਚ ਜਾਂਦੀ ਹੈ। ਨਾ ਆਹੀ ਦੇਖਣਾ ਤੂੰ ਖਾਬਾਂ ਵਿੱਚ? ਅੰਮੀ ਮੈਂ ਤਾਂ ਗੁੱਡੀ ਉਸਦੇ ਨਾਲ ਗਈ ਸੀ। ਉਹ ਕਿਸ ਦੇ? ਰਾਣੀ ਬਾਜੀ ਦੇ ਨਾਲ। ਰਾਣੀ ਬਾਜੀ? ਅੱਛਾ, ਉਹ ਸਾਦੀਆਂ ਦੀ ਨਨਾਣ। ਸਾਦੇ ਨਨਾਣ ਨਹੀਂ ਮੰਮੀ, ਰਾਣੀ ਪਤੰਗ। ਹਾਏ ਵੇ ਗੁੱਡੂਆ, ਤੇਰਾ ਕਿਉਂ ਦਿਮਾਗ ਖਰਾਬ
ਗੁੱਡੀਆਂ ਦੇ ਖਾਬ ਦੇਖਣੇ ਸ਼ੁਰੂ ਕਰ ਦਿੰਦੇ ਆ। ਮੈਂ ਤੁਹਾਨੂੰ ਦੱਸ ਰਹੀ ਹਾਂ, ਜੇ ਤੁਸੀਂ ਦੋਹੇ ਬਾਜ਼ ਨਾ ਆਏ ਨਾ, ਮੈਂ ਆਪ ਜਾ ਕੇ ਪੁਲਿਸ 'ਚ ਰਿਪੋਰਟ ਲਿਖਾ ਦੇਣੀ ਤੁਹਾਡੇ ਦੋਹਾਂ ਦੀ। ਹਾਂ ਓਏ ਕੀ ਹੋ ਗਿਆ, ਕਿਉਂ ਰੋਈ ਜਾਂਦਾ ਹੈ ਗੁੱਡੂ? ਖਾਬ ਦੇਖਿਆ ਅੱਬੂ ਜੀ। ਓਏ ਗੁੱਡੂ, ਕੋਈ ਖੌਫਨਾਕ ख्वाब ਦੇਖ ਲਿਆ? ਗੁੱਡੂ ਜਿੰਨ ਦੇਖਿਆ ਜਾਂ ਚੁੜੈਲ ਜਾਂ ਫਿਰ ਤਾਲੀਬਾਨ? रूबी बाजी बड़ा सोना तो मजेदार ख्वाब सी। ਆ ਲੋ ਦੇਖ ਲੋ, ਜੇ ਤੁਸੀਂ ਬਾਜ਼ ਨਾ ਆਏ ਨਾ ਹੱਥੋਂ ਨਿਕਲ ਜਾਣਾ ਇਹਨੇ। ਲੈ ਮੇਰੇ ਬਾਜ਼ ਆਉਣ ਦੀ ਗੱਲ ਕਿੱਥੋਂ ਆ ਗਈ? ਆ ਗੁੱਡੀਆਂ ਨਹੀਂ ਉਡਾਉਂਦਾ, ਇਹ ਤਾਂ ਆਪ ਹੀ ਉੱਡਦਾ ਫਿਰਦਾ ਅੱਬੂ ਜੀ। ਓਏ ਗੁੱਡੂ ਪੁੱਤ, ਬਾਹਰ ਮੁਹੱਲੇ ਵਿੱਚ ਤਾਂ ਪੁਲਿਸ ਵਾਲੇ ਛੋਟੀਆਂ ਡੰਡੀਆਂ ਲੈ ਕੇ ਲੱਭਦੇ ਫਿਰਦੇ ਨੇ ਪਤੰਗ ਸਾਜ਼ਾਂ ਨੂੰ, ਪਰ ਸੁਪਨਿਆਂ ਤੇ ਕਿਸੇ ਦਾ ਵਸ ਨਹੀਂ ਹੁੰਦਾ। ਓਏ ਜਿਉਂਦੇ ਜਾਗਦੇ ਲੋਕਾਂ ਦੀਆਂ ਖੁਆਇਸ਼ਾਂ ਤੇ ਤਾਂ ਪਾਬੰਦੀਆਂ ਲੱਗ ਗਈਆਂ, ਪਰ ਸੁਪਨਿਆਂ ਤੇ ਪਾਬੰਦੀ ਲਾਉਣ ਵਾਲਾ ਕਾਨੂੰਨ ਕੋਈ ਨਹੀਂ ਬਣਿਆ ਦੁਨੀਆ ਤੇ। ਜੇ ਨਹੀਂ ਬਣਿਆ ਤਾਂ ਬਣਨਾ ਚਾਹੀਦਾ ਅੱਬੂ ਜੀ। ਬੱਚੇ ਬੁੱਢੇ ਜਾਗਦੇ ਸੌਂਦੇ ਖਾਬ ਦੇਖਦੇ ਨੇ। ਓਏ ਦੇਖਣ ਦੇ ਖਾਬ ਬੱਚਿਆਂ ਨੂੰ, ਜੇ ਜ਼ਿੰਦਗੀ ਦੇ ਵਿੱਚ ਖਾਬ ਨਾ ਰਹੇ ਤਾਂ ਦੁਨੀਆ ਤੇ ਕੁਝ ਨਹੀਂ ਰਹਿਣਾ। ਇਹ ਸਭ ਤੁਹਾਡਾ ਕਸੂਰ ਹੈ ਅੱਬੂ ਜੀ। ਆ ਜਿਹੜੀਆਂ ਤਹਿਖਾਨੇ 'ਚ ਰੱਬ ਜਾਣੇ ਕਿਹੜੇ ਜ਼ਮਾਨੇ ਦੀਆਂ ਪਤੰਗਾਂ ਰੱਖੀਆਂ ਹੋਈਆਂ ਨੇ, 100-100 ਸਾਲ ਪੁਰਾਣੀਆਂ। ਤੇ ਤੈਨੂੰ ਕੀ ਕਹਿੰਦੀਆਂ ਨੇ ਵਿਚਾਰੀਆਂ ਪਤੰਗਾਂ? ਮੈਂ ਸੁਣਿਆ ਬਦਰੂਹਾਂ ਆ ਜਾਂਦੀਆਂ ਨੇ ਤਹਿਖਾਨਿਆਂ ਵਿੱਚ। ਮੈਨੂੰ ਤਾਂ ਪੂਰਾ ਸ਼ੱਕ ਹੈ ਸਾਡੇ ਘਰ ਵਿੱਚ ਕਿਸੇ ਬਦਰੂ ਦਾ ਸਾਇਆ ਹੈ। ਮੇਰੀ ਮੰਨੋ ਤਾਂ ਕਿਸੇ ਮੌਲਵੀ ਨੂੰ ਬੁਲਾ ਕੇ ਪਹਿਲਾਂ ਦਮ ਕਰਵਾਓ। ਓਏ ਕਮਲੀਏ, ਬਦਰੂਹਾਂ ਨੂੰ ਬੁਲਾ ਕੇ ਬਦਰੂਹਾਂ ਨੂੰ ਨਸਾਇਆ ਨਹੀਂ ਜਾ ਸਕਦਾ। ਇਹਦਾ ਤੇ ਇੱਕੋ ਹੀ ਹੱਲ ਏ ਕਿ ਇਹਨਾਂ ਬੇਚੈਨ ਰੂਹਾਂ ਨੂੰ ਆਜ਼ਾਦ ਕਰ ਦਿੱਤਾ ਜਾਵੇ। ਬੇਚੈਨ ਰੂਹਾਂ? ਹਾਂ, ਬੇਚੈਨ ਤੇ ਪਾਬੰਦ ਰੂਹਾਂ। ਇਹ ਗੁੱਡੀਆਂ, ਇਹ ਰਾਣੀਆਂ, ਇਹ ਪਰੀਆਂ ਤੇ ਮੇਰੇ ਮੁਲਕ ਦੀਆਂ ਇਹ ਮਾਸੂਮ ਧੀਆਂ। ਓਏ ਇਹਨਾਂ ਨੂੰ ਉੱਡਣ ਦਿਓ, ਆਜ਼ਾਦ ਹਵਾਵਾਂ ਵਿੱਚ ਉੱਡਣ ਦਿਓ। ਅੱਬੂ ਜੀ ਪਤਾ ਨਹੀਂ ਕੀ ਗੱਲਾਂ ਕਰੀ ਜਾਂਦੇ ਹੋ ਤੁਸੀਂ। ਮੈਂ ਬਦਰੂਹਾਂ ਦੀਆਂ ਗੱਲਾਂ ਕਰ ਰਹੀ ਹਾਂ ਤੇ ਤੁਸੀਂ ਗੁੱਡੀਆਂ ਪਤੰਗਾਂ ਦੀਆਂ ਗੱਲਾਂ ਕਰੀ ਜਾਂਦੇ ਹੋ। ਓਏ ਬਾਲੀਆਂ ਬਦਰੂਹਾਂ ਦੀਆਂ ਗੱਲਾਂ ਨਾ ਕਰ ਹੁਣ, ਜਾਂ ਸੌਂ ਜਾ ਕੇ, ਨਾਲੇ ਸੌਣ ਦੇ ਸਾਰਿਆਂ ਨੂੰ। ਚੱਲ ਨੀ ਰੂਬੀ, ਚੱਲ ਸੌ ਜਾ ਕੇ। ਉੱਠੋ ਗੁੱਡੂਆ, ਖੜਾ ਹੋ, ਚੱਲ ਸੌ ਜਾ ਕੇ। ਓ ਗੁੱਡੂ, ਉਰੇ ਆ, ਉਰੇ ਆ ਪੁੱਤਰਾ। ਓਏ ਖਾਬਾਂ ਵਿੱਚ ਤੇਰੀਆਂ ਸਹੇਲੀਆਂ ਵੀ ਕੋਈ ਪੇਚੇ ਛੇਚੇ ਲਾਉਂਦੀਆਂ ਕਿ ਐਵੇਂ ਉਡਾਰੀਆਂ ਲਾਈ ਜਾਂਦੀਆਂ? ਹਾਂਜੀ ਹਾਂਜੀ ਦਾਦਾ ਜੀ, ਵਿੱਚ ਵੀ ਲੜਾਉਂਦੇ ਨੇ। साइंस हमें हर बात का जवाब नहीं देती। जैसे वक्त, कला, इल्म और कायनात को समझने के लिए हमें मेटाफिजिक्स की जरूरत पड़ती है। प्रोफेसर क्या चल रहा है इधर? तुम क्या पढ़ा रहे थे? फलसफा ही पढ़ा रहा हूँ जो कोर्स में है। फलसफा? इन बच्चों को तेरे फलसफे की क्या जरूरत है? सब सवालों का जवाब ऊपर वाले की किताब में दिया जा चुका है। उसी ऊपर वाले ने फिक्र करने, सोचने और गौर करने के लिए भी कहा है, वही हम कर रहे हैं। सुना है तुम वो पढ़ा रहे हो, वो क्या था? इतना मुश्किल? तौबा तौबा तौबा, ऐसा लगता है जैसे माँ की गाली हो। इतिहास तुम पढ़ाने नहीं देते, ज्योग्राफी पर तुमको इतराज है, शायरी तुमको पसंद नहीं और अदब पर पहले लगा रखे हैं। कम से कम फलसफा तो पढ़ने दो। अच्छा पढ़ाते तेरे को फलसफा। आओ मौलाना साहब आओ तशरीफ लाओ। बेगैरत इंसान को समझाओ यार, नौजवान नस्ल को गुमराह कर रहे। फलसफा ही सारी बता दी यार। थे वो सवाल खड़े करते हैं जिसका जवाब पहले दिता जा चुका। रास्ता मैंने लगा तेरे वर्गे लोग देश के दुश्मन, दीन के दुश्मन, मदरसे के दुश्मन। सही फरमाया, मदरसे के दुश्मन। और दुश्मनों हर दी जाती नहीं दी जा सकती कि वो मासूम बच्चों को गुमराह करे। इसलिए फैसला लिया जाता है कि तेरे को सारी जिम्मेवारियां वापस नहीं जाने, तेरा तबादला दूर दराज रख के किया जाता है। खूब फरमाया मौलाना साहब। क्या बकवास कर रहे हैं आप लोग? मैं आपकी शिकायत आला अफसरों से करूंगा। तो जाओ खोचे जाओ, चलो मौलाना साहब आप इसे बेगैरत इंसान को समझाओ यार, आपका बड़ा बड़ा मेहरबानी होगा। ये क्या बदतमीजी है, आप सब लोग यहाँ गुंडागर्दी कर रहे हो। ये आप लोग गलत कर रहे हैं। सर कितने अच्छे टीचर हैं। ए मिस जूली, रूबी। हाँ वही, खबरदार इतने बेकार सर को अच्छा कहा तो ये तो शर्म बेहयाई है। उस्ताद इनका फासला तो चेक करो। उस्ताद 2.5 फीट। ओ खाना खराब है, बहुत बुरा बात है, बहुत बुरा बात है। 2.5 फुट के फासले से तो
बहुत कुछ हो सकता है। क्या मतलब है तुम्हारा? मतलब तुम अच्छे से समझता मिस जूबी। रूबी। हाँ हाँ जो भी हम जानता है 2.5 फुट के फासले से जिनसी कशिश की लहर कितना तेजी से एक जिस्म से दूसरे जिस्म में फैलता है। इतना फिजिक्स तो हम भी जानते हैं मिस जूबी। हाथ हाथ से, पाँव पाँव से, आँखें आँखों से मिलता तो कितना हरारत पैदा होता है, खून का गर्दिश किस कदर बढ़ जाता है। उस्ताद कंट्रोल, उस्ताद उस्ताद कंट्रोल, उस्ताद कंट्रोल। कंट्रोल होके रहना यार मेरे अजीजों और मेरी अजीज तरोताज़ा। हमारा आज का टॉपिक है बमसाजी। आज हम बमसाजी की तमाम नस्लें और इसकी केमिस्ट्री पे बात करें। बम के लिए सबसे पहले जरूरत होता है बारूद का, फिर गुरु गिरोह का और सबसे बढ़कर दीनी फीते का। किसका? दीनी फीते का उस्ताद। सही का। और मैं तुम्हें समझाता हूँ, जरा गौर से देख। वो है हिंदू दस्ती बम, वो है यहूदी बम और वो है ईसाई बम। इनकी शक्लों को जरा गौर से देखो, एक दूसरे से कितना लगे। मेरे अजीजों और मेरी अजीज तरताजा, अब मैं तुम्हें बम बनाने का फार्मूला देगा, फिर तुम अपना अपना इलाके में जाके बम बनाएगा और इसका तजर्बा करेगा। ठीक है? देखो, सबसे पहले सल्फर उस्ताद, सल्फर। वही सल्फर, पोटाशियम और लाइटर, नाइट्रोजन, नाइट्रोजन। हाँ नाइट्रोजन भाई, सल्फर पोटाशियम नाइट्रोजन। सही कहा। बम का मकसद होता है तबाही फैलाना। ये बम जब फटता है तो छोटा बड़ा बूढ़ा बच्चा हिंदू और मुस्लिम में फर्क नहीं करता यार। ये बम बड़ा सेकुलर होता है। इसी बात पे यार मौलाना इकबाल साहब का शेर याद आ गया। अर्ज किया है, एक ही सफ में खड़ा कर। ऐसे नहीं उस्ताद, मुझे याद है। तो तुम पढ़ दो यार। एक ही सफ में खड़े हो गए महमूद हो याद, दूसरे सफ में खड़े हो गए खुद खुश बम्बार, फिर हुआ वही जो कह गए इकबाल, ना बंदा रहा ना बंदा नवाज। वाह वाह वाह, क्या बात है, क्या बात है। जमीन पर लेट जाओ। मास्टर जी छुट्टी का टाइम हो गया जी, क्लास बंद कर दो, मैं घर भी जाना आ। मेरी बेगम ਦੇ 3-4 फोन आ चुके ने, ਤੁਹਾਡਾ ਤੇ पता नहीं, जे मैं टाइम नाल घर ना पहुंचा ना तो उसने मैनू जरूर उड़ा देना। वो आया बेगम आया। अच्छा प्रैक्टिस था, अच्छा प्रैक्टिस था यार। रूबी मैं तो पूरे ही सोच रहा काश कोई ऐसी जगह होती जिथे मैं अपनी म्यूजिक की प्रैक्टिस कर सकता। अगले महीने मेरा पॉप आइडल का मुकाबला भी है। ਤੈਨੂੰ ਤਾਂ ਹਰ ਵੇਲੇ ਤੇ ਪੌਪ ਆਈਡਲ ਦੀ ਪਈ ਰਹਿੰਦੀ ਹੈ। रूबी तो एक बार मेरे पॉप आइडल की इसका जा लेंगे, मैं ना ताकत नहीं दे रही, बहुत दूर प्राइस के लेवल की दुनिया जाना चाहता। ਆਹੋ ਦੇਖੀ ਜਾ ਖਾ, ਇੱਥੇ ਅੱਗ ਲੱਗੀ ਹੋਈ ਹੈ, ਪਾਬੰਦੀਆਂ ਲੱਗ ਰਹੀਆਂ ਨੇ, ਕਬਜ਼ੇ ਹੋ ਰਹੇ ਆ, ਤੇ ਤੂੰ ਹੈ ਜਿਹਨੂੰ ਪੌਪ ਆਈਡਲ ਦੇ ਇਲਾਵਾ ਕੁਝ ਸੁਝਦਾ ਹੀ ਨਹੀਂ ਪਿਆ। रूबी तू जो पेंटिंग बनानी है वो भी तो खाद ही देखने वाली गल है। ਇਹ ਤਾਂ ਮੇਰੇ ਉਹ ਖਾਬ ਨੇ ਜੋ ਕੈਦ ਕਰ ਦਿੱਤੇ ਗਏ ਨੇ, ਉਹਨਾਂ ਨੂੰ ਮਹਿਫੂਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। और फिर ये सब तो मेरा म्यूजिक भी कर सकता रूबी। गुड मॉर्निंग सर। गुड मॉर्निंग। मुझे डर है कहीं वो रोकथाम कमेटी वाले लोग यहाँ भी ना आ जाएं। पिछले कितने महीनों से हम यहाँ चोरी चोरी रियाज कर रहे हैं। अब तक तो उनकी नजरों से हम बचे हुए हैं, लेकिन पता नहीं कब तक। खैर छोड़ो ये सब, आज हम राग बसंत पर बात करेंगे। प्रोफेसर, मुझे पहले भी समझाया था, पर तू अपनी हरकतों से बाज नहीं आया। बदमाशी का अड्डा खोल रहे थे। तलाशी लो इनकी, उठा लो सारा साजो सामान। जी उस्ताद। उस्ताद पतंगों की तस्वीर है। लाल वाला कुवत, ये जरूर साजिश का हिस्सा है। उस्ताद मौसीकी का सामान भी, ये देखो बाजा और ये तबला। तौबा तौबा तौबा, क्या सब है तालीम की आड़ में कैसा गंदा काम कर रहे हो? उस्ताद ये देखो पाप आइडल का फॉर्म भी। पाप का पुतला है ये पापी। क्यों रे पापी? आइडल तो बुत को कहते हैं, ये पापी भी है और बुत प्रस्त भी। इंस्पेक्टर साहब, हमने आपको सबूत समेत मुजरिम पकड़ा दी, इनके खिलाफ सख्त से सख्त कार्रवाई करो। बस पूरे फाड़ा सुनो तो दे के पर्चा चले। उस्ताद इसको भी पकड़ो, इसको बड़ा शौक है मंटो पढ़ने का। इस पे वो दफा लगाओ मंटो वाली 295। हाँ मिस जूबी, अजीज़े तरोताज़ा। रूबी, हाँ जाओ भी, गेट आउट।
यार कुछ सुना तुम लोगों ने? मोहल्ला वाला बसंत मनाने का तैयारी कर। उस्ताद फिर क्या सोचा आपने? मेरे पास एक प्लान है, पक्का पुलिस प्रूफ प्लान। पुलिस प्रूफ प्लान? मैं कुछ समझा नहीं उस्ताद। बसंत का दिन नजदीक आने वाला है, मोहल्ले वाला बसंत का तैयारी करेगा चुपके चुपके। बसंत का तैयारी, वो भी चुपके चुपके। और हम लोग बसंत को कुचलने का तैयारी करें। खोलो वाह उस्ताद वाह। वो लोग पतंग उड़ाएगा, हम उनको बम से। वो लोग डोर को मांझा लगाएगा और हम बम को फीता। बम को फीता? वाह उस्ताद वाह। वो लोग पतंग को उड़ाएगा और हम बंदूक में गोली भरेगा। वो लोग पतंग को हवा में उड़ाएगा और हम जैकेट को बारूद में भरेगा। बारूद का महक कितना सुहाना होता है यार। वो लोग हवा में अपना पतंग उड़ाएगा, हम अपना गोली का रुख आसमान की तरफ करें। हमारा गोली उनकी दबली पतली पतंग और गुड्डियों में छेद कर देगा। सुराग ही सुराग, उधर पतंगों का परखच्चा उड़ेगा और इधर पतंगबाजों का। फिर हम जोर से बोलेगा अल्लाह अकबर। नहीं यार, वो काटा वो काटा। लो फिर बसंत आई, फूलों पे रंग लाई। लो फिर बसंत आई, लो फिर बसंत आई, फूलों पे रंग लाई। चलो बेतरंग लबे आब गंग बज जल तरंग। बसंत ਦਾ ਮੌਸਮ ਫੇਰ ਆ ਗਿਆ ਹੈ। ਮਾਘ ਦਾ ਮਹੀਨਾ ਮੁੱਕ ਚੱਲਿਆ ਹੈ, ਪਰ ਅਸਮਾਨ ਦੂਰ ਦੂਰ ਤੱਕ ਸੁੰਨਾ ਪਿਆ ਹੈ। ਉਹ ਕੋਈ ਗੁੱਡੀ, ਕੋਈ ਪਤੰਗ, ਕੋਈ ਪੰਛੀ ਵੀ ਨਜ਼ਰ ਨਹੀਂ ਆਉਂਦਾ। ਇਦਾਂ ਲੱਗਦਾ ਏ ਕਿਸੇ ਨੇ ਅਸਮਾਨ ਨੂੰ ਕਰਫਿਊ ਲਾ ਦਿੱਤਾ ਹੈ। ਕੋਈ ਪਤਾ ਨਹੀਂ ਕਿਸ ਦੀ ਨਜ਼ਰ ਲੱਗ ਗਈ ਅਸਮਾਨ ਨੂੰ, ਕਿਸ ਦੀ ਨਜ਼ਰ ਲੱਗ ਗਈ ਮੇਰੇ ਬਸੰਤ ਨੂੰ। ਦਾਦਾ ਜੀ ਪਤੰਗਾਂ ਦਾ ਦਿਓ। ਤੁਹਾਨੂੰ ਪਤਾ ਹੈ ਅੱਜ ਅਸੀਂ ਸਾਰੇ ਬਸੰਤ ਮਨਾ ਰਹੇ ਹਾਂ। ਸਾਰੇ ਘਰਾਂ ਦੀਆਂ ਛੱਤਾਂ ਤੇ ਪਤੰਗਾਂ ਉੱਡ ਰਹੀਆਂ। ਹਰ ਕੋਈ ਪਤੰਗਾਂ ਮੰਗ ਰਿਹਾ ਹੈ। ਓਏ ਰੂਬੀ ਪੁੱਤਰ, ਪਤੰਗਾ ਤੇ ਮੈਂ ਤੈਨੂੰ ਬਣਾ ਦਿਆਂ, ਪਰ ਤੈਨੂੰ ਪਤਾ ਏ ਪਤੰਗਾ ਬਣਾਉਣਾ ਕੋਈ ਸੌਖਾ ਕੰਮ ਨਹੀਂ। ਇਹ ਤੇ ਕਲਾ ਹੁੰਦੀ ਏ। ਦਾਦਾ ਜੀ ਉਹ ਜਿਹੜੀਆਂ ਪਤੰਗਾਂ ਤਹਿਖਾਨੇ ਵਿੱਚ ਬੰਦ ਨੇ ਉਹਨਾਂ ਨੂੰ ਵੀ ਤਾਂ ਕੱਢੋ, ਉਹਨਾਂ ਨੂੰ ਵੀ ਹਵਾ ਲਵਾਓ। ਓਏ ਉਹ ਤਹਿਖਾਨੇ ਵਿੱਚ ਪੁਰਾਣੀਆਂ ਪਤੰਗਾਂ ਨੂੰ ਕੱਢ ਕੇ ਉਹਨਾਂ ਨੂੰ ਉੱਡਣ ਲਈ ਰਾਜੀ ਕਰਨਾ ਤਾਂ ਹੋਰ ਵੀ ਔਖਾ ਕੰਮ ਏ। ਦਾਦਾ ਜੀ ਮੈਨੂੰ ਵੀ ਤਾਂ ਪਤੰਗ ਦਿਓ ਨਾ। ਸਾਰੇ ਮੁੰਡੇ ਕੁੜੀਆਂ ਮੇਰੇ ਪਿੱਛੇ ਗਏ ਹੋਏ ਨੇ, ਆਖਦੇ ਜਾ ਆਪਣੇ ਦਾਦੇ ਤੇ ਪਤੰਗ ਲੈ ਗਿਆ। ਓਏ ਗੁੱਡੂ, ਤੇਰੇ ਵਾਸਤੇ ਤਾਂ ਸਾਰੀਆਂ ਪਤੰਗਾਂ ਰੱਖੀਆਂ ਨੇ। ਲੈ ਜਾ ਲੈ ਜਾ, ਸਾਰੀਆਂ ਲੈ ਜਾ ਲੈ ਜਾ ਲੈ ਜਾ। ਆਹ ਵਾਲੀ ਮੇਰੀ ਤੇ ਆਹ ਵਾਲੀ ਗੁੱਡੀ ਦੀ। ਹਾਂ ਤੇ ਆਹ ਵਾਲੀ ਪਤੰਗ ਮੈਂ ਸੰਮੀ ਵਾਸਤੇ ਲੈ ਜਾਨੀ ਹੈ। ਉਹ ਬੜਾ ਹੀ ਵਧੀਆ ਪਤੰਗਬਾਜ਼ ਹੈ ਨਾ ਦਾਦਾ ਜੀ? ਹਾਂ ਜੀ, ਪਤਾ ਹੈ ਮੈਨੂੰ। ਉਹ ਆਪਦੀ ਮਾਂ ਤੋਂ ਚੋਰੀ ਚੋਰੀ ਮੇਰੇ ਕੋਲੇ ਆਉਂਦਾ ਹੁੰਦਾ ਸੀ ਪਤੰਗਬਾਜ਼ੀ ਦੇ ਗੁਰ ਸਿੱਖਣ। ਆ ਵੀ ਲੈ ਜਾ, ਇਹ ਵੀ ਲੈ ਜਾ, ਲੈ ਜਾ। ਥੈਂਕ ਯੂ ਦਾਦਾ ਜੀ। अब्बू जी। हाँ जी। अब्बू जी मेरा सूट सोहना लगदा अब्बू जी। ਓਏ ਸੂਟ ਤਾਂ ਬੜਾ ਸੋਹਣਾ ਲੱਗਦਾ ਹੈ, ਔਰ ਜੇ ਥੋੜੀ ਜਿਹੀ ਪਤਲੀ ਹੋ ਜੇ ਫਿਰ ਹੋਰ ਵੀ ਸੋਹਣਾ ਲੱਗੂ। ਤੁਸੀਂ ਵੀ ਨਾ अब्बू जी। चंगा मैं जरा छत ते सम्मी दी मां नाल दंगल ला के आनी हां। हां कि दिल हुआ वो काटा, कि दिल हुआ वो काटा, कि दिल हुआ वो काटा। आपको देख के भाग गया। वो देखो जनाब, 6 महीने की सजा काटने के बाद भी पतंगे बना रहा है। कैसे खिलाड़ डाल के बैठा है। ਬਾਬਾ ਜੀ ਲੱਗਦਾ ਪਿਛਲੀ ਸਜ਼ਾ ਹੀ ਤੁਹਾਡਾ ਦਿਮਾਗ ਦੁਰਸਤ ਨਹੀਂ ਕੀਤਾ ਹਾਲੇ। ਜੇ ਮੈਂ ਆਪਣੀ ਆਈ ਤੇ ਆ ਗਿਆ ਤੁਹਾਡੇ ਸਾਰੇ ਟੱਬਰ ਚੁੱਕ ਕੇ ਅੰਦਰ ਦੇ ਦੇਣਾ ਤੇ ਐਸੀ ਦਫਾ ਲਾਉਣੀ ਹੈ। पतंग बनाना दूर की गल है, पतंग बनाने लगे 20 बार सोचोगे। जनाब पिछली दफा तो प्रोफेसर था जिसने इस बुड्ढे को छुड़वा लिया था जुर्माना देकर।
पर हुण नहीं, वो खुद लापता है। मेरे सिपाही नूं लभ रहे ने। बकरे दी मां कद तक खैर मनाएगी? ਇੰਸਪੈਕਟਰ ਸਾਹਿਬ ਤੁਸੀਂ ਕਿਉਂ ਆ ਗਏ ਹੋ ਫਿਰ ਸਾਡੇ ਅੱਬੂ ਜੀ ਨੂੰ ਗ੍ਰਿਫਤਾਰ ਕਰਨ? ਕੀ ਕਸੂਰ ਹੈ ਇਹਨਾਂ ਦਾ? ਇਹ ਤੇ ਵਿਚਾਰੇ ਘਰੋਂ ਬਾਹਰ ਵੀ नहीं निकल और यही तो इसका कसूर ही है। हम तो चाहते हैं इस घर से नहीं, इस मोहल्ले से नहीं बाहर निकल जाए, और ये है कि घर से बाहर ही नहीं निकलता। उस आगे गुड्डी पतंगा कित्थे लेके जा रहे हो? की कसूर है इन्हां दा? क्यों इकट्ठा कीता इन्हां नूं? ओए मौजूद सारे जुर्मां दे सबूत ने। ਇਹਦਾ ਕਸੂਰ ਅੰਡੇਗਣ ਪਤੰਗਾ ਬਣਾ ਰਿਹਾ ਸੀ, ਇਹਨਾਂ ਨੂੰ ਪਨਾਹ ਦੇ ਰਿਹਾ ਸੀ। नहीं सर, ये सिर्फ पतंगा ने। गुड्डी तू चुप कर। गुड्डी, और ये भी गुड्डी, गुड्डी। ए उड्डण वाली गुड्डी नहीं जी, ए मेरे 3 गुड्डियां पटोलियां वाली गुड्डी है। ਫੇਰ ਵੀ ਹੈ ਤੇ ਗੁੱਡੀ ਨਾ, ਇਹਨੂੰ ਵੀ ਗ੍ਰਿਫਤਾਰ ਕਰਨ ਦੇ ਆਰਡਰ ਨੇ। नहीं नहीं थानेदार साहब, इसका नाम गुड्डी नहीं, ਇਹ ਤਾਂ ਮੈਂ ਛੋਟੇ ਹੁੰਦਿਆਂ ਤੈਨੂੰ ਗੁੱਡੀ ਗੁੱਡੀ ਆਖਦੀ ਸੀ, ਸੋ ਇਸ ਦਾ ਨਾਮ ਪੱਕ ਗਿਆ। ਗੁੱਡੀਆਂ ਵਰਗੀ ਜੋ ਸੀ ਗੁੱਡੀ। पर जो भी है, गुड्डी कोई नाम हुआ यार, इसका कोई और नाम रख दो, जैसे चाकू, छुरी, होली। ਓਹੋ ਹਾਂਜੀ ਹਾਂਜੀ, ਇਹ ਹੁਣ ਵੱਡੀ ਹੋ ਗਈ ਏ, ਇਹਨੂੰ ਹੁਣ ਪਿਆਰ ਦੀ ਨਹੀਂ ਮਾਰ ਦੀ ਲੋੜ ਏ। ਕੀ ਕਰ ਰਹੇ ਹੋ ਤੁਸੀਂ? ਕੀ ਕਰ ਰਹੇ ਹੋ? ਠੀਕ ਹੈ ਜੀ, ਠੀਕ ਹੈ। ਅਸੀਂ ਹੁਣ ਤੋਂ ਬਲਕਿ ਅੱਜ ਤੋਂ ਹੀ ਇਹਦਾ ਨਾਮ ਬਦਲ ਕੇ ਗੋਲੀ ਕਰ ਦਿੰਦੇ ਹਾਂ। ਚੱਲ ਨਹੀਂ ਪੁੱਤਰ ਗੋਲੀ, ਚੱਲ ਅੰਦਰ। ਸ਼ੁਕਰਾ ਸਾਹਿਬ ਮੌਜੂਦ ਨੂੰ, ਸ਼ੁਕਰਾ ਸਾਰੀਆਂ ਪਤੰਗਾ, ਸਾਰੇ ਬੰਗੇ ਵਿੱਚ। ਓਏ ਨਾ, ਓਏ ਰੁਕੋ। ਓਏ ਮੇਰੀਆਂ ਪਤੰਗਾਂ ਇਹ ਬੜੀਆਂ ਨਾਜ਼ੁਕ ਹੁੰਦੀਆਂ ਨੇ, ਝੂਟਾਂ ਲੱਗਿਆ ਵੀ ਫੜ ਜਾਂਦੀਆਂ ਨੇ। ਓਏ ਨਾ मेरे दादा अब्बू ਨੂੰ ਛੱਡ ਦਿਓ ਤੇ ਮੈਨੂੰ ਵੀ। ਕੀ ਕਸੂਰ ਹੈ ਇਹਨਾਂ ਦਾ? हाय इंस्पेक्टर साहब, इसका तो लगाओ कान के नीचे। ये वो लड़का जो छत पे पतंगबाजी कर रहा था। और ਸਕੂਰੇ ਚੱਕ ਲਓ ਇਹਨੂੰ ਵੀ। ਓਏ ਇੰਸਪੈਕਟਰ ਸਾਹਿਬ, ਰੱਬ ਦਾ ਵਾਸਤਾ ਹੀ ਉਹ ਬੱਚਿਆਂ ਨੂੰ ਤਾਂ ਛੱਡ ਦਿਓ। ਇੰਸਪੈਕਟਰ ਸਾਹਿਬ ਰਹਿਮ ਕਰੋ ਇਹਦੇ ਉੱਤੇ, ਤੇ ਹਾਲੇ ਬੱਚੇ ਵਿਚਾਰਾ, ਇਹਨੂੰ ਤੇ ਬਖਸ਼ ਦਿਓ, ਛੱਡ ਦਿਓ ਇਹਨੂੰ। ਮੁਹਤਰਮਾ ਫਿਰ ਰਹਿਮ ਮੰਗਣਾ ਤਾਂ ਅਦਾਲਤ ਤੋਂ ਮੰਗ। ਕਾਨੂੰਨ ਦੀ ਨਾਜ਼ਰ ਤੇ ਮੁਲਜ਼ਮ ਥਾਣੇਦਾਰ ਸਾਹਿਬ ਫੜ ਲਓ ਇਹਨੂੰ, ਸਾਹਿਬ ਗ੍ਰਿਫਤਾਰ ਕਰ ਲਓ। रुक जाओ थानेदार साहब। ਇਹ ਕੀ ਕਰ ਰਹੇ ਹੋ ਤੁਸੀਂ? ਬੇਗਮ ਸਾਹਿਬਾ ਤੁਸੀਂ ਮਾਫ ਕਰਨਾ, ਪਰ ਇਹਨਾਂ ਨੂੰ ਗ੍ਰਿਫਤਾਰ ਕਰਨ ਦੇ ਆਰਡਰ ਨੇ। ਕਮਾਲ ਕਰਦੇ ਹੋ ਤੁਸੀਂ ਥਾਣੇਦਾਰ ਸਾਹਿਬ। ਇਹਨਾਂ ਮਾਸੂਮਾਂ ਦਾ ਕੀ ਕਸੂਰ ਹੈ? ਬਸ ਇਹੋ ਕਿ ਆਪਣੇ ਸਦੀਆਂ ਪੁਰਾਣੇ ਤਿਉਹਾਰ ਨੂੰ ਮਿਲ ਕੇ ਮਨਾਉਣਾ ਚਾਹੁੰਦੇ ਹੋ। ਤੁਸੀਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਲੈ ਜਾ ਰਹੇ ਹੋ। ਪਰ ਇੱਕ ਗੱਲ ਯਾਦ ਰੱਖਣਾ, ਅਗਲੇ ਸਾਲ ਫੇਰ ਬਸੰਤ ਦਾ ਮੌਸਮ ਹੋਵੇਗਾ। ਇੱਕ ਗੱਲ ਹੋਰ ਪੱਲੇ ਬੰਨ ਲਓ, ਉਹ ਬਸੰਤ ਫਿੱਕੀ ਤੇ ਬੇਰੰਗ ਬਸੰਤ ਨਹੀਂ ਹੋਵੇਗੀ, ਉਹ ਇੱਕ ਰੰਗੀਨ ਬਸੰਤ ਹੋਵੇਗੀ। ਅਸਮਾਨ ਇੱਕ ਵਾਰ ਫੇਰ ਤੋਂ ਰੰਗ ਬਿਰੰਗੀਆਂ ਗੁੱਡੀਆਂ ਤੇ ਪਤੰਗਾਂ ਨਾਲ ਸਜ ਜਾਏਗਾ। ਛੱਤਾਂ ਦੀਆਂ ਰੌਣਕਾਂ ਇੱਕ ਵਾਰ ਫੇਰ ਮੁੜ ਆਉਣਗੀਆਂ ਅਤੇ ਕੈਦ ਵਿੱਚ ਬੰਦ ਗੁੱਡੀਆਂ ਤੇ ਪਤੰਗਾਂ ਆਜ਼ਾਦ ਹੋ ਜਾਣਗੀਆਂ। ਖੁੱਲੀਆਂ ਹਵਾਵਾਂ ਵਿੱਚ ਉੱਡਣਗੀਆਂ, ਸ਼ਰਾਟੇ ਭਰਦੀਆਂ ਹੋਈਆਂ, ਕੋਈ ਸੱਜੇ ਕੋਈ ਖੱਬੇ, ਚਾਰੋਂ ਪਾਸੇ ਰੰਗ ਬਿਰੰਗੀਆਂ ਪਤੰਗਾਂ ਅਸਮਾਨ ਵਿੱਚ ਨੱਚਦੀਆਂ ਹੀ ਨਜ਼ਰ ਆਉਣਗੀਆਂ। ਕੁੜੀਆਂ ਗਾਣੇ ਗਾਉਣਗੀਆਂ ਤੇ ਮੁੰਡੇ ਬੜਕਾ ਮਾਰਨਗੇ। ਆਈਓ ਆਈਓ ਆਈਓ। चली रे पतंग मेरी चली रे, चली रे पतंग मेरी चली रे, चली बादलों के पार होके डोर पे सवार, सारी दुनिया ये देख देख चली रे, चली रे पतंग मेरी चली रे। हवा में लहराए जैसे उड़न खटोला उड़ा जाए, यूं मस्त हवा में लहराए जैसे उड़न खटोला उड़ा जाए, लेके मन में लगन जैसे कोई दुल्हन चली जाए रे सांवरिया की गली रे, चली रे पतंग मेरी चली रे, चली रे पतंग मेरी चली रे, चली बादलों के पार होके डोर पे सवार, सारी दुनिया ये देख देख चली रे, चली रे पतंग मेरी चली रे।
पतंग मेरी पतंग का धानी है, ये नील गगन की रानी। बाकी बाकी है उठान, है उम्र भी जवान, लागे पतली कमर बड़ी भली रे। चली चली रे पतंग मेरी चली रे, चली चली रे पतंग मेरी चली रे। चली बादलों के पार होके डोर पे सवार, सारी दुनिया ये देख देख चली रे। चली चली रे पतंग मेरी चली रे। हा हा हा